ਉਹ ਇਹ ਏਜੰਡਾ ਹੈ ਸਰ, ਆਪਾਂ ਵੈਲਕਮ ਹੈ ਤੁਹਾਡੇ ਵੱਲੋਂ ਪਹਿਲੇ। ਸਰ ਆਈ ਵੈਲਕਮ ਐਵਰੀਬਾਡੀ। ਜਿਹੜੇ ਬੰਦੇ ਇਸ ਟਾਈਮ ਸਕਰੀਨ ਤੇ ਪ੍ਰੈਜ਼ੈਂਟ ਨੇ ਜਾਂ ਜਿਹੜੇ ਬੰਦੇ ਹੋ ਸਕਦਾ ਕਿਸੇ ਟੈਕਨੀਕਲ ਰੀਜ਼ਨ ਨਾਲ ਸਕਰੀਨ ਤੇ ਨਹੀਂ ਵੀ ਹੈਗੇ, ਆਈ ਵੈਲਕਮ ਆਲ ਦਾ ਮੈਂਬਰਸ ਫਰਮ ਦਿਸ ਐਗਜ਼ੈਕਟਿਵ ਮੀਟਿੰਗ। ਔਰ ਅੱਜ ਸਾਡੀ ਬੜੀ ਅੱਛੀ ਦਿਨ ਹੈਗਾ, ਇੰਡੀਪੈਂਡੈਂਸ ਡੇ ਹੈ, 74th ਇੰਡੀਪੈਂਡੈਂਸ ਡੇ ਆਫ ਆਵਰ ਕੰਟਰੀ, ਇਫ ਆਈ ਐਮ ਨਾਟ ਮਿਸਟੇਕਨ। We welcome everybody and congratulations and happy Independence Day to everyone. So please start. Thank you, sir. As per agenda, ਸਾਡੇ ਕੋਲ next ਹੈ approval of the minute of the last executive meeting held on 19 ਜੁਲਾਈ 2020। ਅੱਜ ਦਾ ਮੀਟਿੰਗ ਅਸੀਂ ਰਿਕਾਰਡ ਕਰਦੇ ਹਾਂ, ਜਿਵੇਂ ਅੱਜ ਵੀ ਇਹ ਰਿਕਾਰਡ ਹੋ ਰਹੀ ਹੈ ਔਰ ਰਿਕਾਰਡਿੰਗ ਅਸੀਂ ਸਾਰਿਆਂ ਨੂੰ ਭੇਜ ਦਿੱਤੀ ਹੈ। We have not received any comments or ਕਿਸੇ ਬੰਦੇ ਦੀ ਕੋਈ suggestion ਵੀ ਨਹੀਂ ਆਈ। Now it is up to the house, we should approve the meeting minutes ਤਾਂ ਕਿ ਅੱਗੇ ਚੱਲੀਏ। ਬੋਲੋ ਜੀ। ਹਾਂਜੀ, ਮਿੰਟ ਬਾਰੇ ਕੋਈ ਗੱਲ ਅਮਰਿੰਦਰ? ਨਹੀਂ ਜੀ ਨਹੀਂ। ਇਟ ਇਜ਼ ਅਪਰੂਵਡ। ਨੈਕਸਟ ਸਾਡੇ ਕੋਲ ਆਇਆ ਦਾ ਪ੍ਰੈਜ਼ੈਂਟੇਸ਼ਨ ਆਫ ਰਿਪੋਰਟ। ਜਿਹੜੀ ਮੇਰੀ ਰਿਪੋਰਟ ਆ ਪਿਛਲੇ ਦਿਨਾਂ, ਹਾਲਾਂਕਿ ਅੱਜ ਕੱਲ ਦੇ ਦਿਨਾਂ 'ਚ ਅਸੀਂ ਕੁਝ ਕਰ ਤਾਂ ਨਹੀਂ ਪਾਏ, ਲੇਕਿਨ ਫਿਰ ਵੀ ਜੋ ਕੁਝ ਹੋਇਆ ਮੈਂ ਤੁਹਾਨੂੰ ਇਹ ਰਿਪੋਰਟ ਦੇ ਦੇਣਾ। ਪਿਛਲੀ ਮੀਟਿੰਗ ਵਿੱਚ 6 ਮੈਂਬਰ ਆਏ ਸੀ ਔਰ ਉਸ ਮੀਟਿੰਗ ਤੋਂ ਅੱਜ ਤੱਕ 4 ਕੋਰ ਕਮੇਟੀ ਮੀਟਿੰਗ ਹੋ ਗਈਆਂ ਹਨ। ਲॉकडाउन करके अजकल ये तो पॉसिबल नहीं है फिजिकल मीटिंग करिए, लेकिन ਅਸੀਂ ਇੱਕ जिस तरह पिछली मीटिंग 'ਚ ਅਸੀਂ ਗੱਲ ਕੀਤੀ ਸੀ ਪ੍ਰਿੰਟ ਓਲੰਪੀਅਡ ਬਾਰੇ, ਅਸੀਂ ਪਿਛਲੀ ਮੀਟਿੰਗ ਸੈਂਕਸ਼ਨ ਵੀ ਲਈ ਸੀ that we have started yesterday। the first show was very grand success, ਲੋਕਾਂ ਨੇ ਪਸੰਦ ਕੀਤਾ ਔਰ ਲਗਭਗ 109 ਬੱਚੇ ਨਾਰਥ ਦੇ ਆਏ ਸੀ। ਅਸੀਂ ਉਸ ਨੂੰ ਰੀਜਨਲ ਲੈ ਗਏ, ਰੀਜਨਲ ਇਸ ਕਰਕੇ ਕਿ ਵੀ ਸਾਰਾ ਇੰਡੀਆ ਕਵਰ ਹੋ ਜਾਏ 1 by 1। ਅਸੀਂ ਨਾਰਥ, ਫਿਰ ਈਸਟ, ਸਾਊਥ, ਵੈਸਟ ਇਸ ਤਰ੍ਹਾਂ ਕਰਕੇ ਕਰ ਰਹੇ ਹਾਂ। ਹਰ ਰੀਜਨ 'ਚ ਇੱਕ ਕੋਆਰਡੀਨੇਟਰ ਬਣਾਇਆ, ਉਹ ਇਜ਼ ਅਰੇਂਜਿੰਗ। ਕੋਆਰਡੀਨੇਟਰ ਕੋਈ ਕਾਲਜ ਹੈ, ਹੋਸਟ ਕੋਈ ਵੀ ਕਾਲਜ ਜਾਂ ਯੂਨੀਵਰਸਿਟੀ ਹੈ। ਜਿਵੇਂ ਨਾਰਥ ਦਾ ਜਿਹੜੀ ਗੁਰੂ ਜਾੰਬੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਹਿਸਾਰ, ਦੇ ਆਰ ਹੋਸਟਿੰਗ ਫਾਰ ਦਾ ਨਾਰਥ। ਔਰ ਕੱਲ ਉਹਨਾਂ ਦੇ ਵਾਈਸ ਚਾਂਸਲਰ ਸੀ ਜਿਨ੍ਹਾਂ ਨੇ ਇਨੈਗੋਰੇਟ ਕੀਤਾ। ਫੰਕਸ਼ਨ ਵਾਜ਼ ਵੈਰੀ ਗੁੱਡ ਔਰ ਉਹਨਾਂ 'ਚੋਂ ਅਸੀਂ 25 ਬੱਚੇ ਸਿਲੈਕਟ ਕੀਤੇ ਸੈਕੰਡ ਰਾਊਂਡ ਵਾਸਤੇ। ਇਹਨਾਂ ਬੱਚਿਆਂ 'ਚੋਂ 5 ਬੱਚੇ ਸਿਲੈਕਟ ਹੋਣਗੇ ਜਿਹੜੇ ਕਿ ਫਾਈਨਲ ਕੰਪੀਟੀਸ਼ਨ ਵਾਸਤੇ, ਜਿਹਦੇ 'ਚ ਅਸੀਂ ਇੱਕ ਬੱਚਾ ਚੁਣਾਂਗੇ ਜਿਹੜਾ ਕਿ ਇਸ ਰੀਜਨ ਦਾ ਬੈਸਟ ਸਟੂਡੈਂਟ ਹੋਏਗਾ। ਜਿਹੜਾ ਰੀਜਨ ਦਾ ਬੈਸਟ ਸਟੂਡੈਂਟ ਹੋਏਗਾ ਹੀ ਵਿਲ ਗੈਟ 25,000 ਔਰ ਜਿਹੜੇ 5 ਸਾਡੇ ਫਾਈਨਲਿਸਟ ਆਣਗੇ ਉਹਨਾਂ ਨੂੰ ਵੀ 5,000 ਈਚ ਅਸੀਂ ਦੇਵਾਂਗੇ, ਜਿਸ ਬਾਰੇ ਅਸੀਂ ਫਾਈਨੈਂਸ਼ੀਅਲ ਸੈਂਕਸ਼ਨ ਪਿਛਲੀ ਮੀਟਿੰਗ 'ਚ ਲੈ ਲਈ ਸੀ। ਇਸ ਤਰ੍ਹਾਂ ਹੀ ਈਸਟ ਜ਼ੋਨ ਦੀ ਜਿਹੜੀ ਇਨੈਗੋਰੇਸ਼ਨ ਆ ਉਹ 21 ਅਗਸਤ ਨੂੰ ਹੈ ਔਰ ਵੈਸਟ ਜ਼ੋਨ ਦੀ 3 ਸਤੰਬਰ ਨੂੰ, ਸਾਊਥ ਜ਼ੋਨ ਦੀ 26 ਅਗਸਤ ਨੂੰ। ਇਸ ਤਰ੍ਹਾਂ ਹੀ ਪਹਿਲੇ ਇਨੈਗੋਰੇਸ਼ਨ ਤੋਂ ਬਾਅਦ ਹਰ ਜਗ੍ਹਾ ਦੇ 3-3 ਰਾਉਂਡ ਹੋਣਗੇ। ਪਹਿਲੇ ਰਾਉਂਡ ਦੇ ਵਿੱਚੋਂ ਅਸੀਂ 30% ਬੱਚੇ ਅੱਗੇ ਲੈ ਕੇ ਜਾਂਦੇ ਹਾਂ। ਉਹਨਾਂ 30% ਦੇ ਵਿੱਚੋਂ ਫਿਰ 5 ਬੱਚੇ ਚੁਣੀਦੇ ਨੇ। ਉਹਨਾਂ 5 ਬੱਚਿਆਂ 'ਚੋਂ ਅਸੀਂ ਇੱਕ ਬੱਚਾ ਅੱਗੇ, ਉਹਨਾਂ 5 ਬੱਚਿਆਂ 'ਚੋਂ ਇੱਕ ਬੱਚਾ ਫਿਰ ਜਿਹੜਾ ਟੌਪ ਸਕੋਰਰ ਹੈ ਉਹ ਗਿਣਿਆ ਜਾਂਦਾ ਹੈ। ਇਹ ਤਾਂ ਜਿਹੜੀਆਂ ਸਾਡੀਆਂ ਅੱਜ ਤੱਕ ਦੀਆਂ ਐਕਟੀਵਿਟੀਆਂ ਸੀ ਡਿਊ ਟੂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਡਿਊ ਟੂ ਕੋਵਿਡ ਅਸੀਂ ਹੋਰ ਕੁਝ ਨਹੀਂ ਕਰ ਪਾਏ, ਲੇਕਿਨ ਇਹ ਐਕਟੀਵਿਟੀਆਂ ਅਸੀਂ ਕੀਤੀਆਂ। ਇਸ ਤੋਂ ਇਲਾਵਾ ਇੱਕ ਹੋਰ ਬੜੀ ਅੱਛੀ ਗੱਲ ਹੋਈ ਹੈ ਕਿ ਜਿਹੜੀ ਆਪਣੀ ਐਸੋਸੀਏਸ਼ਨ ਉਦਯਮ ਵਿੱਚ ਰਜਿਸਟਰਡ ਹੋ ਗਈ ਔਰ 4 ਨੰਬਰ ਹੈ 004 ਵੀ ਹੈਵ ਆਲਰੇਡੀ ਗॉट ਰਜਿਸਟਰਡ ਅੰਡਰ ਉਦਯਮ ਸਰਟੀਫਿਕੇਟ। ਉਦਯਮ ਗਵਰਨਮੈਂਟ ਦੇ ਨਵੇਂ ਸਰਟੀਫਿਕੇਟ ਹਨ। EM ਪਾਰਟ 2 ਦੀ ਜਗ੍ਹਾ ਤੇ ਹੁਣ ਉਦਯਮ ਹੀ ਚੱਲਣਗੇ ਔਰ ਅਸੀਂ ਮੈਂਬਰਾਂ ਨੂੰ ਵੀ ਕਿਹਾ ਸੀ ਆਪਣੇ ਆਪਣੇ ਰਜਿਸਟ੍ਰੇਸ਼ਨ ਕਰਾ ਲਓ ਤਾਂ ਕਿ ਕਿਸੇ ਕਿਸਮ ਦੀ ਕੋਈ ਡਿਲੇ ਨਾ ਹੋਏ। ਹੁਣ ਥੋੜਾ ਜਿਹਾ ਰੁਕਿਆ ਹੈ ਪ੍ਰੋਗਰਾਮ, ਜਿਹੜੇ ਪੁਰਾਣੇ ਰਜਿਸਟਰਡ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਥੋੜੀ ਡਿਲੇ ਹੋ ਰਹੀ ਹੈ। ਨਵੀਂ ਰਜਿਸਟ੍ਰੇਸ਼ਨ ਹੁਣ ਵੀ ਹੋ ਸਕਦੀ ਹੈ, ਲੇਕਿਨ ਜਿਹੜੇ ਪੁਰਾਣੇ ਰਜਿਸਟਰਡ ਔਰ ਨਵੀਂ ਰਜਿਸਟ੍ਰੇਸ਼ਨ ਨਹੀਂ ਕਰਾ ਸਕਦੇ ਉਸੇ ਨੂੰ ਅਪਗ੍ਰੇਡ ਕਰਾਉਣਾ ਪਏਗਾ। ਤੇ ਉਦਯਮ ਸਾਡਾ ਇਹ ਆਫਸਰ ਇੰਟਰਸਟ ਦਾ ਉਦਯਮ ਨੰਬਰ ਹੈ 004। ਅਸੀਂ ਰਜਿਸਟ੍ਰੇਸ਼ਨ ਇਹ ਕਰਾ ਲਈ ਹੈ। ਆਉਣ ਵਾਲੇ ਟਾਈਮ 'ਚ ਆਈ ਥਿੰਕ ਸਾਰਿਆਂ ਨੂੰ ਹੀ ਕਰਾਉਣੀ ਪਏਗੀ, ਜਿੰਨੀ ਜਲਦੀ ਆਪਾਂ ਕਰਾ ਸਕੀਏ ਉਹ ਬੈਟਰ ਹੈ। ਇਹੀ ਸਾਡੀਆਂ ਐਕਟੀਵਿਟੀਜ਼ ਸਨ ਜਿਹੜੀਆਂ ਕਿ ਆਪਣੀਆਂ ਸਾਡੀਆਂ ਦੀਆਂ। ਵੈਰੀ ਗੁੱਡ ਜੀ। ਉਦਯਮ ਲਈ ਬਹੁਤ ਮੁਬਾਰਕਾਂ। ਇਟਸ ਆਲ ਐਫਰਟਸ ਬਾਈ ਐਵਰੀਬਾਡੀ, ਸਪੈਸ਼ਲੀ ਕਮਲ ਜੀ। ਥੈਂਕ ਯੂ। ਨੈਕਸਟ ਪਲੀਜ਼। ਨੈਕਸਟ ਸਾਡੇ ਕੋਲ ਆਉਂਦਾ ਸਟੇਟਮੈਂਟ ਆਫ ਅਕਾਊਂਟ। ਚੋਬੜਾ ਜੀ ਸ਼ਾਇਦ ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਤੇ ਮੈਂ ਸਟੇਟਮੈਂਟ ਆਫ ਅਕਾਊਂਟ ਦਿਖਾ ਦਿੰਦਾ ਤੁਹਾਡਾ ਜਿਹੜਾ ਸਾਡਾ ਇਸ। ਅਸੀਂ ਸਰ ਕੀ ਕਰੀਦਾ ਇੱਕ ਮੀਟਿੰਗ ਤੋਂ ਦੂਸਰੀ ਮੀਟਿੰਗ ਦੇ ਵਿੱਚ ਸਾਡੇ ਜੋ ਖਰਚੇ ਜਾਂ ਸਾਡੀਆਂ ਕਮਾਈਆਂ ਜੋ ਵੀ ਹੈ ਭਾਵੇਂ ਚੈੱਕ ਨਾਲ ਭਾਵੇਂ ਕੈਸ਼ ਦੱਸ ਦਿਓ ਤਾਂ ਕਿ ਇਸ ਤੋਂ ਵੱਡੀ ਟਰਾਂਸਪੇਰੈਂਸੀ ਨਹੀਂ ਹੋ ਸਕਦੀ ਕੋਈ ਵੀ। ਇਹ ਜਿਹੜਾ ਪਿਛਲੇ ਇਹ ਜਿਹੜੀ ਸਟੇਟਮੈਂਟ ਹੈ ਇਹ ਹੈਗੀ ਹੈ 20 ਜੁਲਾਈ ਤੋਂ 14 ਅਗਸਤ ਯਾਨੀ ਯੈਸਟਰਡੇ ਤੱਕ, ਕੱਲ ਤੱਕ।
ਇਹ ਸਾਡੇ ਕੋਲ ਇੱਕ ਡਾਇਰੈਕਟਰੀ ਅਸੀਂ ਵੇਚੀ ਸੀ, ਸਾਡੇ ਕੋਲ ਨਿੱਪਾ ਦੀਆਂ ਡਾਇਰੈਕਟਰੀਆਂ ਪੁਰਾਣੀਆਂ ਪਈਆਂ, ਅਜੇ ਵੀ ਕੋਈ ਨਾ ਕੋਈ ਕਸਟਮਰ ਆ ਜਾਂਦਾ। 500 ਰੁਪਏ ਸਾਨੂੰ ਆਏ ਸੀ ਉਹਦੇ। ਤੇ ਇਹ ਜਿਹੜੇ ਖਰਚੇ ਆ ਮੰਥਲੀ ਫੀਸ ਜ਼ੂਮ ਮੀਟਿੰਗ ਵਾਸਤੇ, ਕਿਉਂਕਿ ਹੁਣ ਸਾਡਾ ਆ ਗਿਆ ਪ੍ਰਿੰਟ 올림픽 ਕਰਕੇ ਜ਼ਿਆਦਾ ਬੱਚੇ ਆਉਂਦੇ ਆ, ਤੇ ਸਾਨੂੰ 500 ਦਾ ਲਾਇਸੈਂਸ ਲੈਣਾ ਪਿਆ। ਇਹ ਪਰ ਮੰਥ ਸਾਡੇ 5000 ਰੁਪਏ ਲੱਗਦੇ ਆ। 2-3 ਮਹੀਨੇ ਲੱਗਣਗੇ, ਉਸ ਤੋਂ ਬਾਅਦ ਫਿਰ ਅਸੀਂ ਉਹ 1200 ਤੇ ਆ ਜਾਵਾਂਗੇ, ਕਿਉਂਕਿ ਐਕਚੁਅਲੀ ਇਹ 100 ਤੋਂ ਜ਼ਿਆਦਾ ਰਹਿੰਦੇ, ਇਸ ਕਰਕੇ ਸਾਨੂੰ 500 ਦਾ ਲਾਇਸੈਂਸ ਲੈਣਾ ਪੈ ਰਿਹਾ। प्रिंटिंग एंड स्टेशनरी 1960 रुपए, सैलरी 16,268 रुपए, TDS 691 रुपए, कोरियर एंड स्पीड पोस्ट 250 रुपए, टोनर रिफिल वगैरह ਜਿਹੜੇ ਸਾਡਾ ਇੱਥੇ ਪ੍ਰਿੰਟਰ ਆ ਉਹਦਾ 1662 रुपए, 1062 रुपए, वाटर बॉटल साउथ सिटी वास्ते 130 रुपए, और रिपेयर एंड मेंटेनेंस साउथ सिटी बिल्डिंग ਵਿੱਚ ਅਸੀਂ ਸਾਡੇ ਉੱਤੇ ਕੁਝ ਇਟ ਵਾਸ ਬੀਇੰਗ ਫੈਲਟ ਕਿ ਸਾਡਾ ਏਸੀ ਜਾਂ ਜਨਰੇਟਰ ਮਿਸਯੂਜ਼ ਹੁੰਦੇ ਆ ਸਾਡੀ ਐਬਸੈਂਸ, ਉਹਦੇ ਤੇ ਅਸੀਂ ਬਾਕਸ ਲਗਾ ਕੇ ਤਾਲੇ ਲਗਾਤੇ ਹੋ ਤਾਂ ਕਿ ਕੋਈ ਸਟਾਰਟ ਨਾ ਕਰ ਪਾਏ। ਔਰ ਕੁਝ ਇੱਕ ਹੋਰ ਡੋਰ ਵਗੈਰਾ ਦੇ ਹੈਂਡਲ ਖਰਾਬ ਹੋ ਗਏ ਸੀ, ਉਹ ਰਿਪੇਅਰ ਵਾਸਤੇ ਕੱਲ ਬੰਦੇ ਆਏ ਸੀ, 2588 ਰੁਪਏ ਖਰਚ ਹੋਏ ਆ। ਟੋਟਲ ਖਰਚਾ ਇਸ ਮਹੀਨੇ ਚ 27,949 ਰੁਪਏ, ਔਰ ਇਸ ਹਫਤੇ ਦੀ ਕਮਾਈ 500 ਰੁਪਏ। बैंक बैलेंस 8,37,238 रुपए, और कैश एंड 1,710 रुपए। ਇਹ ਤਾਂ ਸਾਡਾ ਦਾ ਆਫਸਰ ਪ੍ਰਿੰਟਰ ਦਾ ਸਟੇਟਮੈਂਟ ਆਫ ਜਿਹੜਾ ਸਾਡਾ ਪੰਜਾਬ ਪ੍ਰਿੰਟ ਅਲੱਗ ਅਕਾਊਂਟ ਹੈ, ਉਸ ਚ ਸਾਡੇ ਕੋਲ ਐਡਵਰਟਾਈਜ਼ਮੈਂਟ ਦੇ 32,550 ਰੁਪਏ ਆਏ ਹਨ, ਖਰਚਾ ਉਹਦੇ ਚ ਕੋਈ ਵੀ ਨਹੀਂ ਹੋਇਆ। ਉਹਦੇ ਸਾਡੇ ਕੋਲ ਜਿਹੜਾ ਬੈਂਕ ਬੈਲੈਂਸ ਹੈ 3,93,363 ਰੁਪਏ, ਔਰ ਕੈਸ਼ ਇਨ ਹੈਂਡ 2,375 ਰੁਪਏ। ਇਹ ਸਾਡੀ ਸਟੇਟਮੈਂਟ ਅਕਾਊਂਟ ਹੈ। ਅਗਰ ਕਿਸੇ ਨੇ ਇਹਦੇ ਬਾਰੇ ਕੋਈ ਪੁੱਛਣਾ ਤਾਂ ਯੂ ਕੈਨ ਆਸਕ। Anybody wants to know anything about the accounts? ਜਿਹੜੇ ਅਕਾਊਂਟ ਨਹੀਂ ਆਪਾਂ ਨੂੰ ਕਹਿ ਸਕਦੇ, ਇਹ ਸਟੇਟਮੈਂਟ ਆਫ ਇਨਕਮ ਐਂਡ ਐਕਸਪੈਂਡੀਚਰ ਡਿਊਰਿੰਗ ਦਾ ਮੰਥ ਅਸੀਂ ਹਰ ਮਹੀਨੇ ਰੱਖਦੇ ਹਾਂ ਤਾਂ ਕਿ ਸਭ ਕੋ ਕ੍ਰਿਸਟਲ ਕਲੀਅਰ ਰਹੇ। ਬੈਂਕ ਬੈਲੈਂਸ ਕਿੰਨਾ ਸੀ, ਹੁਣ ਕਿੰਨਾ ਹੋ ਗਿਆ, ਇਸ ਤੋਂ ਵੱਡੀ ਆਈ ਡੋਂਟ ਥਿੰਕ ਇਸ ਤੋਂ ਵੱਡੀ ਕੋਈ ਪਾਰਦਰਸ਼ਤਾ ਹੋ ਸਕਦੀ ਹੈ ਅਕਾਊਂਟਸ ਦੇ ਵਿੱਚ। ਬਿਲਕੁਲ ਬਿਲਕੁਲ ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ। ਇਸ ਤੋਂ ਬਾਅਦ ਸਾਡੇ ਕੋਲ ਜੋ ਏਜੰਡੇ ਦੀ ਨੈਕਸਟ ਆਈਟਮ ਰਿਪੋਰਟ ਐਕਟੀਵਿਟੀ ਇਵੈਂਟ ਵਗੈਰਾ। ਇਵੈਂਟ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਡਿਊ ਟੂ ਕੋਵਿਡ ਅਸੀਂ ਨਹੀਂ ਕਰ ਪਾਏ, ਲੇਕਿਨ ਅਸੀਂ ਉਹ ਪ੍ਰਿੰਟ 올림픽 ਕੀਤਾ ਵਿਚ ਇਜ਼ ਬੀਇੰਗ ਲਾਈਕਡ ਬਾਈ ਆਲ, ਔਰ ਥਰੂਆਊਟ ਇੰਡੀਆ ਇਨੀ ਬਾਹਰ ਵੀ ਪਪੂਲਰ ਹੋਇਆ। ਇਸ ਦਾ ਜਿਹੜਾ ਅਸੀਂ ਫਾਈਨਲ ਕਰਾਂਗੇ ਉਹਦੇ ਵਾਸਤੇ ਜੱਜਿਸ ਦੈਟ ਵਿਲ ਬੀ 1 ਜੱਜ ਫਰਮ ਆਸਟ੍ਰੇਲੀਆ, 1 ਫਰਮ ਜਾਪਾਨ, 1 ਫਰਮ UK ਐਂਡ 1 ਫਰਮ USA। ਆਲਰੇਡੀ ਐਗਰੀ ਕਰ ਗਏ। we are not paying any fees to anyone, ਕਿਸੇ ਨੂੰ ਅਸੀਂ ਕੋਈ ਪੈਸਾ ਨਹੀਂ ਦੇ ਰਹੇ, everything being arranged free। yes, prize money ਹੈ ਜਿਹੜੀ ਅਸੀਂ ਬਾਅਦ ਦੇ ਵਿੱਚ ਦੇਣੀ ਹੈ, ਤੇ ਉਹ they are considering to be a very best occasion for the students and everybody joined। ਸਾਡੇ ਜਿਹੜੇ ਇੰਡੀਆ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਨੇ ਜ਼ਿਆਦਾ ਤੋਂ ਜ਼ਿਆਦਾ ਜੁਆਇਨ ਕਰ ਰਹੀਆਂ। ਇਸ ਤੋਂ ਬਾਅਦ ਸਾਡਾ ਅਗਲਾ ਆ ਜਾਂਦਾ ਜੀ ਪਲਾਨਿੰਗ ਐਂਡ ਐਕਟੀਵਿਟੀਜ਼ OPA। ਇਹ ਆਪਾਂ ਪਿਛਲੀ ਮੀਟਿੰਗ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਜਦ ਤੱਕ ਹੁਣ ਕੋਵਿਡ ਖਤਮ ਨਹੀਂ ਹੁੰਦਾ ਉਦੋਂ ਤੱਕ ਪਲਾਨਿੰਗ ਇਸ ਤਰ੍ਹਾਂ ਹੀ ਚੱਲੇਗੀ ਜੋ ਆਨਲਾਈਨ ਚੱਲ ਰਹੀ ਹੈ। ਆਈ ਥਿੰਕ ਆਨਲਾਈਨ ਸਾਡੇ ਤੋਂ ਬੈਟਰ ਕਿਸੇ ਦੀ ਐਕਟੀਵਿਟੀ ਨਹੀਂ ਹੈ। ਆਫਸਰ ਪ੍ਰਿੰਟਰ ਐਸੋਸੀਏਸ਼ਨ ਤੋਂ ਬੈਟਰ ਇਸ ਦੀ ਐਕਟੀਵਿਟੀ ਆਨਲਾਈਨ ਨਹੀਂ ਹੋ ਸਕਦੀ, ਹੋਰ ਸਾਡੇ ਕੋਲ ਕੋਈ ਹੈ ਹੀ ਨਹੀਂ। ਇਸ ਤੋਂ ਬਾਅਦ ਐਨੀ ਅਦਰ ਆਈਟਮ ਵਿਦ ਦਾ ਪਰਮਿਸ਼ਨ ਆਫ ਚੇਅਰ, ਅਗਰ ਕੋਈ ਬੰਦਾ ਹੋਰ ਕੋਈ ਗੱਲ ਕਰਨੀ ਚਾਹੇ ਤੁਹਾਡੇ ਚੋਂ ਕੋਈ ਵੀ ਤਾਂ ਪਲੀਜ਼ ਦੇਖ ਯੂ ਕੈਨ ਟਾਕ before we finish this meeting and we start the other proceedings। अगर अपनी एग्जेक्टिव है, we are on the executive meeting। साडा जो रूटीन है executive बाद we will have the Independence Day celebration, उस तो बाद we will have a जनरल बॉडी मीटिंग। तो एग्जेक्टिव ये जो चीजें सी मैं ਤੁਹਾਨੂੰ ਦੱਸਦੀ ਹਾਂ, अगर इनके बारे किसी ने कोई पूछना या गल करनी है you can talk। Thank you sir, we should proceed to the next proceedings। Okay, then we conclude this meeting and we'll go to the other part। ਸਾਡਾ ਜੋ ਅਦਰ ਪਾਰਟ ਹੈ ਉਹ ਸਾਡੇ ਦੋ ਹਿੱਸੇ ਹਨ ਉਸ ਦੇ ਵੀ। ਪਹਿਲਾ ਹਿੱਸਾ ਦਾ ਸਾਡਾ ਇਹ ਹੈ ਕਿ we have to celebrate the Independence Day, ਜੋ ਸਾਡਾ ਰੂਟੀਨ ਸੀ। ਹਰ ਵਾਰੀ ਅਸੀਂ ਝੰਡਾ ਲਹਿਰਾਉਂਦੇ ਸੀ, ਐਤਕੀ ਵੀ ਅਸੀਂ ਪਲਾਨ ਉੱਥੇ ਕੀਤਾ ਸੀ, ਉਸ ਤਰ੍ਹਾਂ ਕਾਰਡ ਵੀ ਬਣਾ ਲਏ ਸੀ ਔਰ ਕਾਰਡ ਕੁਝ ਬੰਦਿਆਂ ਨੂੰ ਵੰਡ ਵੀ ਦਿੱਤੇ, ਲੇਕਿਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਨਾ ਤਾਂ ਮਨਾ ਕੀਤਾ ਨਾ ਉਹਨਾਂ ਨੇ ਪਰਮਿਸ਼ਨ ਦਿੱਤੀ, ਕਿਉਂਕਿ ਆਫੀਸ਼ੀਅਲੀ 5 ਬੰਦੇ ਤੋਂ ਜ਼ਿਆਦਾ ਅਸੈਂਬਲ ਨਹੀਂ ਹੋ ਸਕਦੇ। ऐसी कंडीशन जी प्रधान जी ने सलाह की कि आप क्यों रिस्क लेना, वाई नॉट टू डू इट ऑनलाइन, जो मना कर ही रहे हैं। क्योंकि गवर्नमेंट ने पहले एक परमिशन दी थी कि 50% सैंपल हो सकते हैं, बाद दे हैव विथड्रॉन दैट। नाउ इट इज द क्लियर परमिशन कि 5 तो उत्ते बंदे किसी भी सैंपल नहीं हो सकते एक्सेप्ट फ्यूनरल एंड मैरिजेस। दैट्स व्हाई वी अपना डिसीजन वापस लेना पड़ा और गोइंग विद द गवर्नमेंट लाइन। मैंने भी आज ऑनलाइन करांगे, इट विल फॉर द फर्स्ट टाइम। सानू हो सकता गलतियां करिए उनके भी, लेकिन we have to celebrate online। तो now I will request our president to जी प्रधान जी एक बटन दबाओ।
Thank you very much. Thank you very much. ਇਸ ਦੇ ਨਾਲ ਹੀ ਸਾਰਿਆਂ ਨੂੰ ਵਧਾਈ and I will request our president to give you his words about the independence ਦੀ ਮੁਬਾਰਕਾਂ ਵੀ ਔਰ we have to start the GB ਉਹਦੇ ਵਾਸਤੇ ਵੀ ਤੁਹਾਡੇ ਜ਼ਰੂਰਤ ਹੈ ਤੁਹਾਡੇ ਬੱਚਿਆਂ ਦੀ ਪਲੀਜ਼ ਸਰ। ਇਹ ਦੇਖੋ ਇਦਾਂ ਅਸੀਂ ਇਸ ਵੇਲੇ ਮੋਦੀ ਜੀ ਦੀ ਸਪੀਚ ਸੁਣੀ ਔਰ no doubt ਇੰਡੀਪੈਂਡੈਂਸ ਡੇ ਦੀ ਇੰਪੋਰਟੈਂਸ ਹੈ। ਆਜ਼ਾਦੀ ਦਾ ਇੱਕ ਹੋਰ ਹੀ ਮਤਲਬ ਆ ਅਸੀਂ ਆਜ਼ਾਦ ਦੇਸ਼ 'ਚ ਪੈਦਾ ਹੋਏ ਹਾਂ। ਸ਼ਾਇਦ ਜਿਹੜੇ ਬੰਦੇ ਨੇ ਗੁਲਾਮੀ ਦੇਖੀ ਆ ਉਹ ਦੱਸਦੇ ਆ ਵੀ ਆਜ਼ਾਦੀ ਔਰ ਗੁਲਾਮੀ 'ਚ ਕੀ ਫਰਕ ਹੈਗਾ। ਚਲੋ ਖੈਰ ਐਨੀਵੇ ਅਸੀਂ ਬਿਜ਼ਨਸਮੈਨ ਇਸ ਦੇਸ਼ ਦੇ ਨਾਗਰਿਕ ਤਾਂ ਹੈ ਹੀ ਹਾਂ। ਆਈ ਥਿੰਕ ਜੋ ਸਾਡੇ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਜਾਂ ਉਹਨਾਂ ਨੇ ਜਿਸ ਤੇ ਉੱਤੇ ਸਟ੍ਰੈਸ ਦੇ ਰਹੇ ਆ ਆਈ ਥਿੰਕ ਮੇਕ ਇਨ ਇੰਡੀਆ ਇਜ਼ ਅ ਮੇਨ ਟਾਰਗੇਟ। ਲੋਕਲ ਸ਼ੁੱਡ ਬੀ ਵੋਕਲ ਐਂਡ मतलब एक्सपोर्ट हर चीज दे विच अपॉर्चुनिटी गवर्नमेंट काफी ज्यादा पॉलिसीज दे थ्रू दे रही है। सो मैं यही कहूँगा कि ਵੱਧ ਤੋਂ ਵੱਧ ਸਾਨੂੰ ਇਹਨਾਂ ਚੀਜ਼ਾਂ ਦਾ ਐਡਵਾਂਟੇਜ ਲੈਣਾ ਚਾਹੀਦਾ ਜਿੱਥੋਂ ਤੱਕ ਪੋਸੀਬਲ ਹੋ ਸਕੇ। ਔਰ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਦੈਟ ਇਜ਼ ਕਲਸਟਰ। ਮੋਦੀ ਸਾਹਿਬ ਨੇ ਆਪਣੇ ਜਿਹਨੂੰ ਕਹਿੰਦੇ ਆ ਡਿਊਰਿੰਗ ਹਿਜ਼ ਇੰਡੀਪੈਂਡੈਂਸ ਸਪੀਚ ਸਪੈਸ਼ਲ ਜ਼ੋਰ ਦਿੱਤਾ ਉਹਨਾਂ ਨੇ ਕਲਸਟਰ ਦੇ ਉੱਤੇ ਮਿਲ ਕੇ ਕੰਮ ਕਰਨ ਦੇ ਵਿੱਚ। ਈਵਨ ਚਾਹੇ ਉਹ ਫਾਰਮਿੰਗ ਵੀ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਅਗਰ ਆਪਾਂ ਕਲਸਟਰ 'ਚ ਕਰਾਂਗੇ ਤਾਂ ਇਹਦੇ ਬਹੁਤ ਸਾਰੇ ਐਡਵਾਂਟੇਜ। ਨੋ ਡਾਊਟ ਅਸੀਂ ਵੀ ਸ਼ਾਇਦ ਉਸ ਪਾਸੇ ਵੱਧ ਰਹੇ ਹਾਂ ਔਰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਆਪਾਂ ਆਪਣੀ ਸੋਚ ਨੂੰ ਵੱਡਾ ਕਰੀਏ। ਕਲਸਟਰ ਚਲਾਉਣ ਵਾਸਤੇ ਜਾਂ ਮਿਲ ਕੇ ਕੰਮ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸੋਚ ਲੈ ਕੇ ਆਉਣੀ ਪਊਗੀ ਕਿ ਅਸੀਂ ਆਪਣੇ ਫਾਇਦੇ ਵਾਸਤੇ ਨਹੀਂ ਕੁਝ ਕਰਨਾ। ਸਾਰਿਆਂ ਦਾ ਫਾਇਦਾ ਹੋਊਗਾ ਤੇ ਉਹ ਸਾਡਾ ਆਪਣੇ ਆਪ ਫਾਇਦਾ ਹੋਵੇਗਾ। ਅਗਰ ਅਸੀਂ ਇਹ ਸੋਚ ਨਾਲ ਕੰਮ ਕਰਾਂਗੇ ਤਾਂ ਸ਼ਾਇਦ ਅਸੀਂ ਉਹਦੇ 'ਚ ਕਾਮਯਾਬੀ ਹੋ ਸਕਦੇ। ਅਸੀਂ ਪਿਛਲੇ 3-4 ਸਾਲ ਤੋਂ ਐਫਰਟ ਸਾਡੀਆਂ ਜਾਰੀ ਨੇ ਇਹਦੇ ਵਿੱਚ ਔਰ ਬਾਕੀ ਤਾਂ ਜੋ ਐਸੋਸੀਏਸ਼ਨ ਦੇ ਥਰੂ ਇੰਡਸਟਰੀਜ਼ ਦੀ ਕੁਝ ਵੀ ਪ੍ਰੋਬਲਮ ਹੈ ਪਾਰਟਿਕੂਲਰ ਪ੍ਰਿੰਟਿੰਗ ਐਂਡ ਪੈਕੇਜਿੰਗ ਦੀ ਅਸੀਂ ਇਹਨੂੰ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਲੈਵਲ ਤੇ ਉਹਨੂੰ ਸੋਲਵ ਕਰੀਏ। ਚਾਹੇ ਉਹ ਟੈਕਸੇਸ਼ਨ ਦੇ ਰਿਲੇਟਡ ਆ ਚਾਹੇ ਉਹ ਕਿਸੇ ਇੰਡਸਟਰੀ ਦੀ ਆਪਣੀ ਇੰਡੀਵਿਜੂਅਲ ਪ੍ਰੋਬਲਮ ਨੂੰ ਲੈ ਕੇ ਹੈਗੀ ਆ ਔਰ ਹੋਰ ਵੀ ਕਿਸੇ ਕੋਲ ਕੋਈ ਸਮੱਸਿਆ ਇੱਦਾਂ ਦੀ ਕਿਸੇ ਨਿਗਾਹ 'ਚ ਆਉਂਦੀ ਹੈ ਜਦੋਂ ਅਸੀਂ ਜ਼ੋਰ ਮਾਰ ਰਹੇ ਹਾਂ ਕਿ ਸਾਨੂੰ ਐਕਸਪੋਰਟ ਵਾਸਤੇ ਅਗਰ ਅਸੀਂ ਪੰਜਾਬ ਤੋਂ ਐਕਸਪੋਰਟ ਕਰਨੀ ਚਾਹੁੰਦੇ ਹਾਂ ਆਪਣੀ ਆਈਟਮ ਨੂੰ ਤਾਂ ਸਾਨੂੰ ਉਹ ਸਭ ਤੋਂ ਵੱਡੀ ਚੀਜ਼ ਆ ਰਹੀ ਕਿ ਵੀ ਆਰ ਇਨ ਅ ਲੈਂਡ ਲੌਕਡ ਸਟੇਟ। ਸਾਡਾ ਜਿਹੜਾ ਸੀ ਪੋਰਟ ਹੈਗਾ ਬਹੁਤ ਦੂਰ ਆ। ਅਸੀਂ ਗਵਰਨਮੈਂਟ ਅੱਗੇ ਕਈ ਵਾਰੀ ਥਰੂ ਵੇਰੀਅਸ ਐਸੋਸੀਏਸ਼ਨ ਅਸੀਂ ਮੰਗ ਰੱਖੀ ਹੈ ਕਿ ਸਾਨੂੰ ਫ੍ਰੇਟ ਇਕੁਲਾਈਜੇਸ਼ਨ ਪ੍ਰੋਵਾਈਡ ਕੀਤੀ ਜਾਵੇ ਸੋ ਦੈਟ ਅਸੀਂ ਕੰਪੀਟੀਸ਼ਨ 'ਚ ਖੜੇ ਹੋ ਸਕੀਏ। ਜਿਹੜਾ ਸਾਨੂੰ ਸਰਫੇਸ ਫ੍ਰੇਟ ਹੈ ਅਪ ਟੂ ਦਾ ਪੋਰਟ ਉਹ ਕਿਸੇ ਤਰੀਕੇ ਨਾਲ ਸਾਡੀ ਕਾਸਟ ਨੂੰ ਮਤਲਬ ਘੱਟ ਕਰੇ। ਸੋ ਇੱਦਾਂ ਦੀਆਂ ਹੋਰ ਅਗਰ ਕਿਸੇ ਦਿਮਾਗ 'ਚ ਕੋਈ ਪਾਲਿਸੀਜ਼ ਆਉਂਦੀਆਂ ਰਿਲੇਟਡ ਟੂ ਪ੍ਰਿੰਟਿੰਗ ਐਂਡ ਪੈਕੇਜਿੰਗ ਜਿਹਦੇ ਕਿ ਅਸੀਂ ਮੈਂਬਰ ਹਾਂ ਜਿਹੜੇ ਕਿ ਅਸੀਂ ਇੰਡਸਟਰੀ ਨੂੰ ਬਿਲੋਂਗ ਕਰਦੇ ਹਾਂ ਜਾਂ ਉਹਦੇ ਵਿੱਚ ਕੋਈ ਨਵੀਂ ਇਨੋਵੇਸ਼ਨ ਆਉਂਦੀ ਹੈ ਜਾਂ ਆਉਣ ਵਾਲਾ ਯੁੱਗ ਕੀ ਹੈ ਕਿ ਜਿੱਦਾਂ ਹੌਲੀ ਹੌਲੀ ਲੱਕੜ ਖਤਮ ਹੋ ਗਈ ਉਹਦੀ ਜਗ੍ਹਾ ਤੇ ਕੋਰੂਗੇਟਡ ਕਾਰਟਨ ਆ ਗਿਆ। ਹੁਣ ਪਲਾਸਟਿਕ ਖਤਮ ਹੋ ਰਿਹਾ ਉਹਦੀ ਜਗ੍ਹਾ ਤੇ ਪੇਪਰ ਦਾ ਕੀ ਰੋਲ ਆ ਰਿਹਾ। ਪੇਪਰ 'ਚ ਕੀ ਇਨੋਵੇਸ਼ਨ ਇੱਦਾਂ ਦੀ ਹੋ ਰਹੀ ਹੈ ਜਿੱਦਾਂ ਅਸੀਂ ਥੋੜ੍ਹੇ ਦਿਨ ਪਹਿਲਾਂ ਮੈਗਜ਼ੀਨ ਕਮਲ ਜੀ ਜਿਹੜਾ ਆਪਣਾ ਪ੍ਰਿੰਟ ਬੈਕ ਮੈਗਜ਼ੀਨ ਆਉਂਦਾ
ਉਹਦੇ 'ਚ ਬੰਦੇ ਨੇ ਕਿਹਾ ਸੀਗਾ ਕਿ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਨੂੰ ਬੀਅਰ, ਕਾਰਬੋਨੇਟ ਡਰਿੰਕਸ ਸਾਰੀਆਂ ਜਿਹੜੀਆਂ ਹੈਗੀਆਂ ਜਿਹਦੇ 'ਚ ਗੈਸ ਹੁੰਦੀ ਆ, ਅਸੀਂ ਪੇਪਰ ਦੇ ਵਿੱਚ ਡਿਵੈਲਪ ਕਰ ਰਹੇ ਹਾਂ। ਇੱਦਾਂ ਦੀ ਇਨੋਵੇਸ਼ਨ ਵੀ ਹੋ ਰਹੀ ਆ ਔਰ ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਲੋਕਾਂ ਨੇ ਸਕਸੈਸ ਵੀ ਪਾਇਆ। ਸੋ ਵੀ ਸ਼ੁੱਡ ਆਲਸੋ ਲੁੱਕ ਇਨਟੂ, ਸਾਨੂੰ ਉਹ ਪ੍ਰੋਡਕਟ ਕਰਨੇ ਚਾਹੀਦੇ ਜਿਹੜੇ ਦੁਨੀਆ ਤੋਂ ਹਟ ਕੇ ਹੋਣ, ਨਵੇਂ ਇਨੋਵੇਸ਼ਨ ਹੋਣ, ਉਹਦੇ 'ਚ ਸਾਨੂੰ ਵੈਲਿਊਏਸ਼ਨ ਮਿਲ ਸਕਦਾ ਔਰ ਉਹਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਅੱਗੇ ਜਾ ਸਕਦੇ। ਬਾਕੀ ਰੂਟੀਨ ਦੇ ਕੰਮ ਤਾਂ ਆਪਾਂ ਕਰ ਹੀ ਰਹੇ ਹਾਂ। ਸੋ ਮੈਂ ਤਾਂ ਇਹੀ ਕਹੂੰਗਾ ਕਿ ਆਪਾਂ ਨੂੰ ਸਾਰੇ ਬੰਦਿਆਂ ਨੂੰ ਐਕਟਿਵਲੀ ਕਿਸੇ ਦੀ ਨੌਲੇਜ 'ਚ ਵੀ ਕੋਈ ਗੱਲ ਆਉਂਦੀ ਹੈ ਇਨੋਵੇਸ਼ਨ ਦੇ ਰਿਗਾਰਡਿੰਗ, ਇੰਡਸਟਰੀ ਦੇ ਰਿਗਾਰਡਿੰਗ, ਰॉ ਮਟੀਰੀਅਲ ਦੇ ਰਿਗਾਰਡਿੰਗ ਜਾਂ ਫਿਊਚਰ ਚੇਂਜਸ ਦੇ ਰਿਗਾਰਡਿੰਗ, ਕਿ ਪਲਾਸਟਿਕ ਪੇਪਰ ਜਿਹੜਾ ਹੈਗਾ, ਪੇਪਰ ਪਲਾਸਟਿਕ ਨੂੰ ਕਿੱਦਾਂ ਰਿਪਲੇਸ ਕਰ ਰਿਹਾ ਔਰ ਸਾਨੂੰ ਕੀ ਆਉਣ ਵਾਲੇ ਟਾਈਮ 'ਚ ਪੇਪਰ ਵੀ ਮਿਲੂਗਾ ਕਿਉਂਕਿ ਪੇਪਰ ਮਿਲਣਾ ਦੇ ਅੰਡਰ ਸਟ੍ਰੈਸ ਨੇ ਬਿਕੋਜ਼ ਆਫ ਪੋਲਿਊਸ਼ਨ, ਬਿਕੋਜ਼ ਆਫ ਵੇਰੀਅਸ ਥਿੰਗ। ਪਿੱਛੇ ਜੇ ਸਾਨੂੰ ਅੱਜ ਪੇਪਰ ਦੇ ਭਾਅ ਵਧਣ ਦੇ ਕਾਰਨ ਹੀ ਬੰਦੇ ਇਹ ਕਹਿ ਰਹੇ ਆ ਕਿ ਵੇਸਟ ਮਹਿੰਗੀ ਹੋ ਗਈ, ਇੰਪੋਰਟਡ ਵੇਸਟ ਨਹੀਂ ਮਿਲਦੀ। ਸੋ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਨਾਲ ਨਾਲ ਦੇਖੀਏ ਕਿ ਜਿਹਦੇ ਉੱਤੇ ਅਸੀਂ ਆਪਣੀ ਇੰਨੀ ਡਿਪੈਂਡੈਂਸੀ ਵਧਾ ਰਹੇ ਹਾਂ ਕਿ ਸਾਨੂੰ ਕੱਲ੍ਹ ਨੂੰ ਇਹਨਾਂ ਰॉ ਮਟੀਰੀਅਲ ਅਵੇਲੇਬਲ ਵੀ ਹੋਏ। ਮੈਂ ਸਮਝਦਾ ਇਹ ਚੀਜ਼ਾਂ ਤੋਂ ਸਾਨੂੰ ਆਪਣੇ ਡੇ ਟੂ ਡੇ ਕੰਮਾਂ ਤੋਂ ਬਾਹਰ ਹਟ ਕੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਔਰ ਜਿਸ ਬੰਦੇ ਦੀ ਨੌਲੇਜ ਕੋਈ ਚੀਜ਼ ਆਉਂਦੀ ਜੀ ਮਸਟ ਸ਼ੇਅਰ ਦਿਸ ਪਲੇਟਫਾਰਮ। ਸੋ ਵਾਂਸ ਅਗੇਨ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ, ਇੱਕ ਵਾਰੀ ਤੁਹਾਨੂੰ ਇੰਡੀਪੈਂਡੈਂਸ ਡੇ ਦੀਆਂ ਵਧਾਈਆਂ ਵੀ ਦਿੰਦਾ ਔਰ ਇਹੀ ਦੁਆ ਕਰਦਾ ਕਿ ਯਾਰ ਆਪਾਂ ਸਾਰੇ ਬੰਦੇ ਮਿਲ ਕੇ ਕੰਮ ਕਰੀਏ ਔਰ ਐਸੋਸੀਏਸ਼ਨ ਦਾ ਜਿਹੜਾ ਸਹੀ ਫਾਇਦਾ ਹੈਗਾ, ਜਿੱਥੇ ਆਪਾਂ ਅੱਜ ਛੁੱਟੀ ਵਾਲੇ ਦਿਨ ਵੀ ਆਪਾਂ ਬੈਠੇ ਹਾਂ, ਮਤਲਬ ਟਾਈਮ ਲਗਾ ਰਹੇ ਹਾਂ, ਜਾਂ ਕਮਲ ਜੀ ਤੁਸੀਂ ਦੇਖ ਲਓ ਕਿੰਨੀ ਆਪਾਂ ਐਫਰਟਸ ਕਰ ਰਹੇ ਹਾਂ। ਜਦੋਂ ਦਾ ਲੋਕਡਾਊਨ ਹੋਇਆ ਘੱਟੋ ਘੱਟ ਨਹੀਂ ਆਪਾਂ ਜ਼ੂਮ ਦੇ ਹੀ 60 ਤੋਂ 70 ਇਦਾਂ ਦੀਆਂ ਕਾਲ, 60 ਤੋਂ 70 ਇਦਾਂ ਦੇ ਸੈਮੀਨਾਰ, ਮਤਲਬ ਆਪਣੀ ਕੋਸ਼ਿਸ਼ ਨਾਲ। ਮੈਂ ਤਾਂ ਬੰਦਾ ਕਹਿੰਦਾ ਯਾਰ ਮੈਂ ਕੀ ਕਰਾਂ, ਬੰਦੇ ਇਕੱਠੇ ਨਹੀਂ ਹੋ ਸਕਦੇ। ਅੱਜ ਵੀ ਇੰਡੀਪੈਂਡੈਂਸ ਡੇ ਦਾ ਅਸੀਂ ਸਾਰਾ ਪਲਾਨ ਕੀਤਾ, ਕਮਲ ਜੀ ਨੇ ਜਿੱਦਾਂ ਪਹਿਲਾਂ ਦੱਸਿਆ ਬਿਲਕੁਲ ਠੀਕ ਆ। ਗਵਰਨਮੈਂਟ ਨੇ ਨਹੀਂ ਵੀ ਜ਼ਿਆਦਾ ਦਿੱਤੀ ਪਰ ਫਿਰ ਵੀ ਅਸੀਂ ਪਿੱਛੇ ਨਹੀਂ ਹਟੇ, ਉਹਦਾ ਕੋਈ ਨਾ ਕੋਈ ਰਸਤਾ ਕੱਢਿਆ। ਜਿੰਨਾ ਕਾਨੂੰਨ ਵੀ ਨਾ ਟੁੱਟੇ ਸਾਡਾ ਕੰਮ ਵੀ ਕੋਈ। ਸੋ ਦਿਸ ਇਜ਼ ਹਾਊ ਹਮ ਆਪਾਂ ਨੂੰ ਇੱਦਾਂ ਹੀ ਐਫਰਟਸ ਕਰਨੀਆਂ ਚਾਹੀਦੀਆਂ ਕਿ ਅੱਜ ਸਰਕਮਸਟੈਂਸਸ ਇੱਦਾਂ ਹੀ ਰਹਿਣੇ। ਹੁਣ ਤੁਸੀਂ ਇਹ ਮੰਨ ਕੇ ਚੱਲੋ ਕਿ ਕਰੋਨਾ ਤੁਹਾਡੇ ਨਾਲ ਜੁੜ ਗਿਆ, ਜਦੋਂ ਵੈਕਸੀਨੇਸ਼ਨ ਆਊਗੀ ਇਹਦਾ ਇਲਾਜ ਆਊਗਾ, ਹੋਊਗਾ, ਨੋ ਪ੍ਰੋਬਲਮ, ਪਰ ਹੁਣ ਸਾਨੂੰ ਇਹਦੇ ਨਾਲ ਇਹਨੂੰ ਨਾਲ ਲੈ ਕੇ ਕੰਮ ਕਰਨਾ ਪੈਣਾ। ਇਹਦਾ ਬਹਾਨਾ ਨਹੀਂ ਸਾਨੂੰ ਚਾਹੀਦਾ ਕਿ ਇਹ ਕਰਕੇ ਇਹ ਨਹੀਂ ਹੋ ਰਿਹਾ, ਇਹ ਕਰਕੇ ਇਹ ਨਹੀਂ ਹੋ ਰਿਹਾ। ਸਾਰੀਆਂ ਚੀਜ਼ਾਂ ਆਨਲਾਈਨ ਹੋ ਚੁੱਕੀਆਂ, ਹੌਲੀ ਹੌਲੀ ਚਾਲੂ ਹੋ ਰਹੀਆਂ, ਠੀਕ ਆ, ਸਪੀਡ ਮੇ ਵੀ ਸਲੋ ਹੋ ਸਕਦੀ। ਸੋ ਇਦਾਂ ਦੇ ਹੋਰ ਚੈਲੰਜਸ ਵੀ ਸਾਡੀ ਲਾਈਫ 'ਚ ਆਉਣਗੇ, ਜਿਹਨੂੰ ਕਿ ਅਸੀਂ ਨਾਲ ਲੈ ਕੇ ਚੱਲਣਾ ਔਰ ਉਹਦਾ ਸੋਲੂਸ਼ਨ ਕੱਢਣਾ ਸਮੇਂ ਸਿਰ ਔਰ ਅੱਗੇ ਵਧਣਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਪ੍ਰਧਾਨ ਜੀ, ਤੁਹਾਡੇ ਵਰਡ ਬੜੇ ਅੱਛੇ ਹਨ ਔਰ ਇਨਕਰੇजिंग ਹਨ ਸਾਡੇ ਵਾਸਤੇ। ਡੈਫੀਨਿਟਲੀ ਵਿਲ ਗੋ ਵਿਦ ਇਟ ਔਰ ਜੋ ਵੀ ਹਾਲਤ ਹੈ ਉਸ ਦੇ ਵਿੱਚ ਸੁਧਾਰ ਤਾਂ ਕਦੀ ਆਏਗਾ ਹੀ ਔਰ ਸਿਸਟਮ ਹੈ, ਸਿਸਟਮ ਚੇਂਜ ਹੁੰਦਾ ਹੀ ਰਹਿੰਦਾ। ਵੀ ਐਗਰੀ ਔਰ ਡੈਫੀਨਿਟਲੀ ਐਜ਼ ਪਰ ਦਾ ਟੁਡੇ ਸਪੀਚ ਆਫ ਮੋਦੀ ਜੀ, ਉਹਨਾਂ ਨੇ ਪਹਿਲੇ ਵੀ ਕਿਹਾ ਕਿ ਆਪਾਂ ਸੈਲਫ ਡਿਪੈਂਡੈਂਟ ਬਣ ਜਾਈਏ। ਪਹਿਲੇ ਵੀ ਇਹ ਨਾਰਾ ਹੁੰਦਾ ਸੀ ਬੀ ਇੰਡੀਅਨ ਬਾਈ ਇੰਡੀਅਨ, ਕੋਈ ਹੁਣ ਦੁਬਾਰਾ ਆ ਰਿਹਾ, ਉਸ ਦਾ ਨਾਰੇ ਦਾ ਨਾਂ ਹੀ ਰਿਪੀਟ ਕੀਤਾ ਹੋਇਆ। ਤੇ ਡੈਫੀਨਿਟਲੀ ਅਗਰ ਅਸੀਂ ਉਹ ਕਰ ਪਾਵਾਂਗੇ ਤੇ ਵਰਲਡ ਤੇ ਅਸੀਂ ਛਾ ਸਕਦੇ। ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ ਅਗਰ ਕਹੀਏ ਚਾਈਨੀਜ਼ ਸਮਾਨ ਨਹੀਂ ਖਰੀਦਣਾ, ਉਹ ਮਾੜੀ ਗੱਲ ਹੈ। ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦਾ ਬਣਾਵਾਂਗੇ ਕਿ ਚਾਈਨਾ ਦੁਨੀਆ ਦੇ ਨਾਲ ਵੇਚ ਪਾਏ। ਮਜ਼ਾ ਤਾਂ ਉਸ ਚੀਜ਼ 'ਚ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਫॉर योर वर्ड्स। और नाउ वी आर इन फॉर आवर जनरल बॉडी मीटिंग। जनरल बॉडी मीटिंग सब तो पहले तो साडे को ही है अप्रूवल ऑफ द मिनट ऑफ द जीबी मीटिंग हेल्ड ऑन 26 जनवरी एंड चरनी मीटिंग हेल्ड ऑन 15-16 फरवरी। सिमिलरली ये मिनट ਅਸੀਂ ਨਾਲ ਦੇ ਨਾਲ ਹੀ ਭੇਜ ਦਿੰਦੇ ਆ। ਸਾਡਾ ਇੱਕ ਰੂਟੀਨ ਹੈ ਕਿ ਅਸੀਂ ਉਸੇ ਦਿਨ ਹੀ ਜਾਂ ਮੈਕਸਿਮਮ ਕਦੀ ਲੇਟ ਹੋ ਗਿਆ ਇੱਕ ਦਿਨ ਬਾਅਦ ਸਾਰੇ ਮਿੰਟ ਸਾਡੇ ਚਲੇ ਜਾਂਦੇ ਆ। ਚਰਨੀ ਮੀਟਿੰਗ ਦੇ ਮਿੰਟ ਸਾਰਿਆਂ ਨੂੰ ਭੇਜਦੇ ਸੀ, ਉਹਨਾਂ ਦੇ ਜੋ ਡਿਸੀਜਨ ਹੋਏ ਸੀ ਅਸੀਂ ਕੁਝ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਔਰ ਜਨਰਲ ਬੋਡੀ 26 ਜਨਵਰੀ ਦੀ ਹੋਈ ਸੀ, ਜਿਸ ਤਰ੍ਹਾਂ ਅੱਜ ਹੋਈ ਹੈ ਉਹ ਉੱਥੇ ਹੋਈ ਸੀ, ਉਸਦੇ ਵੀ ਮਿੰਟ ਸਾਰਿਆਂ ਨੂੰ ਚਲੇ ਗਏ ਸੀ। ਆਈ ਹੈਵ ਨਾਟ ਰਿਸੀਵਡ ਐਨੀ ਕਿਸੇ ਦਾ ਕੋਈ ਉਹਦੇ ਤੇ ਸੁਜੈਸ਼ਨ ਮੇਰੇ ਕੋਲ ਨਹੀਂ ਆਈ। ਅਗਰ ਹੁਣ ਵੀ ਕੋਈ ਬੰਦੇ ਗੱਲ ਕਰਨਾ ਚਾਹੁੰਦੇ ਆ ਤਾਂ ਦੇ ਆਰ ਫ੍ਰੀ ਟੂ ਟਾਕ ਔਨ ਦੋਜ਼ ਮਿੰਟ। ਯੂ ਥਿੰਕ ਮਿੰਟ ਆਪਣੇ ਠੀਕ ਹੈ ਨੇ, ਇਸ ਤੋਂ ਇਹਦਾ ਮਤਲਬ ਹੈ ਪ੍ਰੈਜੈਂਟੇਸ਼ਨ ਆਫ ਰਿਪੋਰਟ ਆਫ ਐਕਟੀਵਿਟੀ। ਮੈਂ ਜਿਸ ਤਰ੍ਹਾਂ ਰਿਪੋਰਟਸ ਪਹਿਲੇ ਹੀ ਆਪਣੀ ਸਬਮਿਟ ਕਰਤੀ ਆ, ਥੋੜੇ ਬੰਦੇ ਕੋਈ ਬਾਅਦ ਚ ਜੁਆਇਨ ਕੀਤੇ ਉਹਨਾਂ ਵਾਸਤੇ ਮੈਂ ਜਸਟ ਸਮਰਾਈਜ਼ ਕਰ ਦਿੰਦਾ ਕਿ ਡਿਊ ਟੂ ਕੋਵਿਡ ਸਾਡੀਆਂ ਆਫਸੈਟ ਪ੍ਰਿੰਟਰ ਐਸੋਸੀਏਸ਼ਨ ਦੀਆਂ ਐਕਟੀਵਿਟੀਜ਼ ਬਹੁਤ ਲਿਮਿਟਿਡ ਰਹੀਆਂ, ਲੇਕਿਨ ਉਹਨਾਂ ਲਿਮਿਟਿਡ ਐਕਟੀਵਿਟੀ ਵਿੱਚ ਅਸੀਂ ਮਤਲਬ we are at top in India, at least मैं कह सकता हूँ we are at top. We have decided to conduct the webinars. Then ਅਸੀਂ ਇੱਕ competition कराया print wonders. It is the only association जिसने print wonder competition कराया है national level.
ਔਰ ਨਾਓ ਪ੍ਰਿੰਟ 올림픽 ਬੱਚਿਆਂ ਵਾਸਤੇ ਅਸੀਂ ਹਰ ਸਾਲ ਕਰਾਉਂਦੇ ਆ। ਐਤਕੀ ਸਾਡੀ ਪਲਾਨਿੰਗ ਸੀ ਮਨੀਪਾਲ MIT ਤੇ, ਲੇਕਿਨ ਕੋਵਿਡ ਕਾਰਨ ਉੱਥੇ ਨਹੀਂ ਹੋ ਪਾਇਆ, ਡਿਲੇ ਹੋ ਗਿਆ ਮਤਲਬ ਉੱਥੇ। ਫਿਰ ਇਹ ਡਿਸਾਈਡ ਕੀਤਾ ਗਿਆ ਕਿ ਇਸ ਨੂੰ ਰੀਜਨਲ ਕਰੀਏ ਤਾਂ ਕਿ ਛੋਟੇ ਛੋਟੇ ਸ਼ਹਿਰਾਂ ਦੇ ਪ੍ਰਿੰਟਰਾਂ ਤੱਕ ਸਟੂਡੈਂਟ ਤੱਕ ਪਹੁੰਚਿਆ ਜਾ ਸਕੇ। ਉਹ ਐਫਰਟ ਬੜਾ ਅੱਛਾ ਰਿਹਾ। ਨਾਰਥ ਦੀ ਜਿਸ ਤਰ੍ਹਾਂ ਕੱਲ ਓਪਨਿੰਗ ਸੀ, 109 ਸਟੂਡੈਂਟ ਸੀ 7 ਅਲੱਗ-ਅਲੱਗ ਇੰਸਟੀਚਿਊਟ ਤੋਂ, ਨਾਰਥ ਦੇ ਵਿੱਚੋਂ ਜਿਹੜੇ ਇੰਸਟੀਚਿਊਟ ਨੂੰ ਮਿਲੇ। ਇਟਸ ਅ ਵੈਰੀ ਗੁੱਡ ਪ੍ਰੈਜ਼ੈਂਸ। ਇਸ ਤਰ੍ਹਾਂ ਹੀ ਹੁਣ ਈਸਟ ਹੋਏਗਾ, ਫਿਰ ਸਾਊਥ, ਉਸ ਤੋਂ ਬਾਅਦ ਵੈਸਟ। ਇਹ ਲਗਾਤਾਰ ਚੱਲ ਰਿਹਾ। ਹੁਣ ਹਰ ਜਗ੍ਹਾ ਤੇ ਅਸੀਂ ਕੋਆਰਡੀਨੇਟਰ ਬਣਾਏ ਹਨ ਜਿਹੜਾ ਕਿ ਕਿਸੇ ਵੀ ਯੂਨੀਵਰਸਿਟੀ ਦੇ ਨਾਲ ਬਿਲੋਂਗ ਕਰਦੇ ਹਨ। ਮਤਲਬ ਇਟਸ ਨਾਟ ਏ ਪ੍ਰਾਈਵੇਟ ਇਸ਼ੂ। ਜਿਸ ਤਰ੍ਹਾਂ ਹਿਸਾਰ ਗੁਰੂ ਜਾਬੇਸ਼ਵਰ ਯੂਨੀਵਰਸਿਟੀ ਹੈ, they are hosting the North Zone. Regional Institute of Printing Technology, Kolkata, they are hosting our East. और Avinashar Lingam University है Coimbatore, they are hosting the South part, and Pune Vidyarthi Grah, Pune, which they are hosting the West. Definitely, everything is under our guidance and under our control, under the aegis of All India Federation of Master Printers. ਇਹਦੇ ਵਿੱਚ ਸਾਨੂੰ ਆਲ ਇੰਡੀਆ ਫੈਡਰੇਸ਼ਨ ਵੀ ਸਹਿਯੋਗ ਦੇ ਰਹੀ ਹੈ। ਮੈਂ ਪਿਛਲੀ ਮੀਟਿੰਗ 'ਚ ਵੀ ਦੱਸਿਆ ਸੀ, ਜਿਹੜੀ ਸਾਡੀ ਐਗਜ਼ੈਕਟਿਵ ਸੀ ਕਿ 2 ਲੱਖ ਰੁਪਏ ਸਾਨੂੰ ਐਗਜ਼ੈਕਟਿਵ ਉਹ ਦੇ ਰਹੀ ਹੈ, 1 ਲੱਖ ਰੁਪਏ ਨਿੱਪਾ ਐਜੂਕੇਸ਼ਨ ਟਰਸਟ ਤੋਂ ਆਏਗਾ। ਉਸ ਤੋਂ ਇਲਾਵਾ ਅਗਰ ਕੋਈ ਖਰਚਾ ਹੋਏਗਾ ਤਾਂ ਵੀ ਹੈਵ ਟੂ ਬੇਅਰ ਫਰੋਮ OPA। ਅਸੀਂ ਪਿਛਲੀ ਐਗਜ਼ੈਕਟਿਵ ਮੀਟਿੰਗ 'ਚ ਇਸ ਦੀ ਸੈਂਕਸ਼ਨ ਲੈ ਲਈ ਸੀ। ਤੇ ਦੋਜ਼ ਆਰ ਦਾ ਐਕਟੀਵਿਟੀ ਜਿਹੜੀਆਂ ਸਾਡੀਆਂ ਆਲਰੇਡੀ ਚੱਲ ਰਹੀਆਂ ਹਨ। ਔਰ ਆਲਰੇਡੀ ਸਾਡੀ ਇੱਕ ਬੜੀ ਵੱਡੀ ਲਾਇਬ੍ਰੇਰੀ ਬਣ ਗਈ ਹੈ, ਜਿਸ ਦੀ ਮੈਂ ਲਿੰਕ ਤੁਹਾਨੂੰ ਵੀ ਸਭ ਨੂੰ ਭੇਜਿਆ ਹੈ। ਜਿੰਨੇ ਵੀ ਸਾਡੇ ਵੈਬਿਨਾਰ ਕੀਤੇ ਹਨ ਉਸ ਦੀ ਰਿਕਾਰਡਿੰਗ ਉਹਦੇ 'ਚ ਅਵੇਲੇਬਲ ਹੈ। ਅੱਜ ਵੀ ਅਗਰ ਜਾ ਕੇ ਦੇਖੋ, ਯੂ ਵਿਲ ਗੈਟ ਮੈਨੀ ਥਿੰਗਸ ਨਿਊ। ਹੁਣੇ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਕਿ ਵੀ ਸ਼ੁੱਡ ਟਰਾਈ ਸਮਥਿੰਗ ਨਿਊ। ਸਰ, ਆਉਣ ਵਾਲਾ ਜ਼ਮਾਨਾ ਇਹੀ ਹੈ, ਜਾਂ ਤਾਂ ਸਾਨੂੰ ਐਸੀ ਪ੍ਰੋਡਕਸ਼ਨ ਕਰਨੀ ਪਏਗੀ ਕਿ ਸਾਡਾ ਰੇਟ, ਜਦੋਂ ਅਸੀਂ ਬੀ ਇੰਡੀਅਨ ਬਾਈ ਇੰਡੀਅਨ ਕਹਿੰਦੇ ਤਾਂ ਮਾਰਕੀਟ ਰੇਟ ਵੀ ਇਹਦਾ ਘਟਾਉਣਾ ਪਏਗਾ ਨਾ। ਅਗਰ ਇੱਕ ਬਲਬ ਚਾਈਨਾ ਤੋਂ 1 ਰੁਪਏ ਦਾ ਆਉਂਦਾ, ਅਸੀਂ 5 ਦਾ ਬਣਾਵਾਂਗੇ ਤੇ ਸਾਡਾ ਤਾਂ ਵਿਕਣਾ ਹੀ ਨਹੀਂ। ਫਿਰ ਚੋਰੀ ਬੰਦੇ ਲੈ ਕੇ ਆਣਗੇ, ਜਿਸ ਤਰ੍ਹਾਂ ਪਹਿਲੇ ਸਮਗਲਿੰਗ ਹੁੰਦੀ ਸੀ। We have to produce at that rate, ਜਿਸ ਰੇਟ ਤੇ ਵਰਲਡ 'ਚ ਚੱਲ ਰਿਹਾ, ਜਾਂ ਵਰਲਡ ਤੋਂ ਘੱਟ ਰੇਟ ਤੇ ਬਣਾਉਣਾ ਪਏਗਾ। ਇੱਕ ਰਸਤਾ ਤਾਂ ਇਹੀ ਹੈ। ਸੈਕੰਡ ਰਸਤਾ ਕਿ ਅਸੀਂ ਕੋਈ ਅਲੱਗ ਕਰੀਏ। ਜਿਸ ਤਰ੍ਹਾਂ ਅਸੀਂ ਪ੍ਰਿੰਟ ਵੰਡਰ ਕੰਪੀਟੀਸ਼ਨ ਕਰਾਇਆ ਸੀ, ਉਸ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਇਹ ਪ੍ਰਮੋਟ ਕਰੀਏ ਜਿਹੜੇ ਛੋਟੇ ਪ੍ਰਿੰਟਰ ਹਨ, ਕੁਝ ਅਲੱਗ ਕਰਨ, ਡਿਫਰੈਂਟ ਕਰਨ। ਦੈਟ ਇਜ਼ ਪੋਸੀਬਲ। ਐਸਾ ਕਿ ਨਹੀਂ ਪੋਸੀਬਲ ਨਹੀਂ ਹੈ, ਸਿਰਫ ਤੁਹਾਡੇ ਆਪਣੇ ਆਈਡੀਆ ਦੀ ਜ਼ਰੂਰਤ ਹੈ, ਦਿਮਾਗ ਲਗਾਉਣ ਦੀ ਜ਼ਰੂਰਤ ਹੈ, ਐਂਡ ਯੂ ਕੈਨ ਪ੍ਰੋਡਿਊਸ ਦ ਡਿਫਰੈਂਟ ਆਈਡੀਆਜ਼, ਡਿਫਰੈਂਟ ਥਿੰਗ। ਉਸਦੀ ਫਿਰ ਕੋਈ ਰੇਟ ਜਾਂ ਸੇਲ ਵੈਲਿਊ ਨਹੀਂ ਹੁੰਦੀ, ਉਹ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹੈ। ਇਫ ਯੂ ਆਰ ਪ੍ਰੋਡਿਊਸਿੰਗ ਸਮਥਿੰਗ ਯੂਨੀਕ ਤਾਂ ਰੇਟ ਤੁਹਾਡਾ ਹੋਏਗਾ। तो those are the two things। आज प्रधान जी ने यही गल कही कि we should try either different, या फिर मिलके ऐसी प्रोडक्शन करिए कि वर्ल्ड उसका कंपटीटर इन रेट एंड क्वालिटी कोई ना है। आने वाला टाइम यही है। गवर्नमेंट इज आल्सो लुकिंग ऑन दैट डायरेक्शन। अगर वो सेल्फ सफिशिएंट होना आप चाहते हैं तो सेल्फ सफिशिएंट होने से ये दोनों चीजें जरूरी है, अदरवाइज सेल्फ सफिशिएंट हो नहीं सकते। ਤੇ ਉਹ ਜਿਹੜੇ ਸਾਡਾ ਇਸ ਬਾਰੇ ਮੈਂ ਇਹ ਗੱਲ ਤਾਂ ਇੱਥੇ ਚੱਲੀ ਕਿ ਸਾਡੇ ਬੈਂਕ ਦੇ ਵਿੱਚ ਜਿਹੜਾ ਸਾਡਾ ਲਾਇਬ੍ਰੇਰੀ ਬੈਂਕ ਹੈ, ਉਸ ਦੇ ਵਿੱਚ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੈਂ YouTube ਦਾ ਲਿੰਕ ਭੇਜਿਆ, ਆਪਾਂ ਨੂੰ ਦੇਖਣਾ ਚਾਹੀਦਾ ਉਹਦੇ ਸਾਰੇ ਸੋਲੂਸ਼ਨ ਪ੍ਰੋਵਾਈਡਡ ਹਨ। ਅਗਰ ਤੁਸੀਂ ਸੁਣੋਗੇ ਧਿਆਨ ਨਾਲ, ਐਵਰੀ ਸੋਲੂਸ਼ਨ ਇਜ਼ ਦੇਅਰ। 5-10 ਮਿੰਟ ਰੋਜ਼ ਸੁਣੋ, ਫਿਰ 10 ਅਗਲੇ ਦਿਨ ਸੁਣੋ। ਅਸੀਂ ਇੰਨਾ ਵੱਡਾ ਡਾਟਾਬੇਸ ਇਕੱਠਾ ਕਰਤਾ ਵਿਚ ਇਜ਼ ਨਾਟ ਅਵੇਲੇਬਲ ਐਨੀਵੇਅਰ ਐਲਸ। ਉਸ ਤੋਂ ਬੈਟਰ ਤੁਹਾਨੂੰ ਕੋਈ ਜਗ੍ਹਾ ਨਹੀਂ ਮਿਲੇਗੀ ਦੇਖਣ ਨੂੰ। Regarding that was my report already, और यही मैं report पहले executive दी थी as per routine, that we have to repeat it again। Presentation of statement account and expenditure till date। ਜਿਹੜੇ ਅੱਜ ਤੱਕ ਦੇ ਅਕਾਊਂਟ ਸੀ ਉਹ ਅਸੀਂ ਪਿਛਲੇ ਮਹੀਨੇ ਦੇ ਦੱਸਤੇ। ਜਿਹੜੇ ਸਾਡੇ ਜਨਰਲ ਅਕਾਊਂਟ ਆ ਉਹ ਅਸੀਂ ਪਿਛਲੀ ਐਗਜ਼ੈਕਟਿਵ ਪਾਸ ਕਰਾ ਲਏ ਸੀ। ਇਸ ਅੱਜ ਅਸੀਂ ਪੇਸ਼ ਨਹੀਂ ਕਰ ਪਾਏ ਕਿਉਂਕਿ ਜਿਹੜਾ ਸਾਡਾ ਅਕਾਊਂਟੈਂਟ ਹੈ ਉਹ ਵੀ ਸ਼ਾਇਦ ਕੋਰੋਨਾ ਪੋਜ਼ਿਟਿਵ ਹੈ। ਔਰ ਰਿਗਾਰਡਿੰਗ ਰਿਪੋਰਟ ਆਫ ਐਕਟੀਵਿਟੀ ਐਂਡ ਇਵੈਂਟਸ को मैं ਤੁਹਾਨੂੰ ਜਿਸ ਤਰ੍ਹਾਂ ਪਹਿਲੇ ਦੱਸਿਆ, ਸਾਡੇ ਇਸ ਤੋਂ ਇਲਾਵਾ ਤਾਂ ਬਾਕੀ ਜਿਹੜੇ ਸਾਡੇ ਇਵੈਂਟ ਸੀ, ਜਿਸ ਤਰ੍ਹਾਂ ਸਾਡਾ ਇੱਕ ਰੈਗੂਲਰ ਇਵੈਂਟ ਹੈ ਪ੍ਰਿੰਟ ਯਾਤਰਾ ਜਾਂ ਪ੍ਰਿੰਟ ਚੇਤਨਾ, those are all physical events which ਅਸੀਂ ਨਹੀਂ ਕਰ ਪਾਏ ਜਦ ਤੱਕ ਕਿ ਕੋਰੋਨਾ ਦਾ ਲੋਕਡਾਊਨ ਦਾ ਸਿਸਟਮ ਨਹੀਂ ਖੁੱਲੇਗਾ ਐਂਡ ਫ੍ਰੀ ਮੂਵਮੈਂਟ ਨਹੀਂ ਹੋਏਗੀ। ਇਟ ਵਿਲ ਬੀ ਡਿਫਿਕਲਟ ਟੂ ਡੂ ਦੈਟ। ਨੈਕਸਟ ਸਾਡਾ ਟੌਪਿਕ ਹੈ ਪਲਾਨਿੰਗ ਆਫ ਐਕਟੀਵਿਟੀਜ਼ OPA ਫॉर द ईयर 2020। ਇਹ ਆਪਾਂ ਡਿਸਕਸ ਕਰ ਸਕਦੇ ਹਾਂ ਅਗਰ ਤੁਹਾਡੇ ਕਿਸੇ ਦੇ ਵੀ ਦਿਮਾਗ 'ਚ ਕੋਈ ਹੋਰ ਪਲਾਨਿੰਗ ਹੈ। ਬਟ ਵੀ ਕੈਨ ਡੂ ਫਰਦਰ ਟੇਕਿੰਗ ਇਨ ਕੰਸੀਡਰੇਸ਼ਨ ਦ ਪ੍ਰੈਜ਼ੈਂਟ ਸਿਚੁਏਸ਼ਨ ਐਂਡ ਪ੍ਰੈਜ਼ੈਂਟ ਰੂਲਸ ਆਫ ਦ ਗਵਰਨਮੈਂਟ। ਅਗਰ ਆਪਾਂ ਕੁਝ ਵੀ ਸੁਜੈਸਟ ਕਰੋ, ਵੀ ਕੈਨ ਗੋ ਇਨ ਫॉर दैट। ਕੁਝ ਹੋਰ ਨया ਕੀਤਾ ਜਾ ਸਕਦਾ।
इट इज अप टू द जो ਅਸੀਂ ਤਾਂ ਸਾਡੇ ਕੋਲ ਜੋ ਆਨਲਾਈਨ ਹੋ ਪਾਉਂਦਾ ਹੈ we are trying लेकिन definitely you people can give the better ideas and we can consider it more और अच्छी तरह consider कर सकते हैं। ਸਰ ਇਦਾਂ ਸੀਗਾ ਕਮਲ ਜੀ, ਮੈਂ ਗੈਸਟ ਆਏ ਹੋਏ ਆ, ਮੈਂ ਆਫਿਸ 'ਚ ਹੀ ਹਾਂ, कोई नहीं ठीक है, ਕਸਟਮਰ ਆਏ ਆ ਕੋਈ ਬਾਹਰੋਂ, ਉਹਨਾਂ ਨੇ ਅੱਜ ਬਾਈ ਚਾਂਸ ਹੀ ਉਹਨਾਂ ਨੂੰ ਆਉਣਾ ਪੈ ਗਿਆ, so I'm little busy, so I take no leave. problem, no problem, I know that. Once again and happy independence, but you continue please. Thank you sir, thank you very much for it. Thank you sir, thank you. So regarding now प्रधान जी ने जाना सी, इन्होंने पहले ही कहा सी आवे टू थोड़ा जिहा देखो सी काम कोई we will I think you should talk one by one ਸਾਰਿਆਂ ਦੇ ਕੋਲੋਂ ਅਸੀਂ ਲੈਣੇ ਆ few ਲੈਣੇ ਆ। I will like to start from नीरज गुप्ता जी। नीरज जी काफी देर बाद ਸਾਡੇ ਕੋਲ ਆਇਆ, ਪਿਛਲੀ ਮੀਟਿੰਗ ਚ ਫਨੀ ਸੀ ਨਾ। हाँ नीरज जी प्लीज ਤੁਸੀਂ मल्टीमीडिया ਨਾਲ भी जुड़े हो और सभी को नमस्कार सर, बहुत बहुत नमस्कार और सबको बहुत बहुत मुबारक है सर। सर मेरी तरफ से कुछ भी नहीं है सर, बस आपके आशीर्वाद से सर सब कर ही जा रहे हैं छोटा मोटा नॉर्मल। सर सिचुएशन ये है कि हमारा एडवर्टाइजमेंट का बिजनेस बिल्कुल बंद हो गया, जीरो हो गया। मतलब प्रेजेंट सिचुएशन सर ये है कि जैसे मेरी अपनी पर्सनल कोई 1.5-2 करोड़ रुपए पर मंथ की सेल थी, अब पिछले 5 महीने की मेरी टोटल सेल 50,000 रुपए, मतलब 7 करोड़ की जगह 50,000 रुपए। ये प्रेजेंट सिचुएशन है सर, उसके लिए मतलब लगे हुए हैं कि कोई और रास्ता निकालें। बाकी सर अभी बाकी कुछ नहीं, बाकी सर जैसा आप एडवाइस करेंगे, आप बड़े लोग एडवाइस। नीरज जी आप बिल्कुल सही कह रहे हो, और इसी टॉपिक पर हमारा एक वेबिनार हुआ था 2.5 घंटे का, इसी टॉपिक सिर्फ यही टॉपिक था कि न्यूज़पेपर क्यों बंद हो रहे हैं। न्यूज़पेपर में प्रिंट में ऐड खत्म हो गई, ऐड खत्म हो गई तो न्यूज़पेपर सफर करने लगे। न्यूज़पेपर जब छपेंगे ही नहीं तो ऐड कहाँ छपेगी। तो आप अगर हमारी लाइब्रेरी में जाकर देखो, इसका सोल्यूशन भी दिया हुआ है। ये लगभग 2.5 घंटे का है वो एपिसोड हमारा, जो 2.5 घंटे की रिकॉर्डिंग है। चोपड़ा जी आपका, चोपड़ा जी हंसराज जी लेट आए, बोलिए सर चोपड़ा जी। हेलो 15 अगस्त ਦੀ ਸਭ ਨੂੰ ਜੀ ਮੁਬਾਰਕਾਂ। ਕੱਲ ਨਾਰਥ ਜ਼ੋਨ ਦਾ ਜਿਹੜਾ ਪ੍ਰਿੰਟ ਅੰਪਲਾਇਡ ਸੈਮੀਨਾਰ ਹੋਇਆ ਸੀ ਆ ਅੰਪਲਾਇਡ ਦਾ, ਉਹਦੇ ਨਾਲ ਤਾਂ ਜਿਹੜੇ ਕਮਰਸ਼ੀਅਲ ਪ੍ਰਿੰਟਰ ਨੇ ਮੈਨੂੰ ਤਾਂ ਲੱਗਦਾ ਵੀ ਸਭ ਤਬਾਹ ਹੋ ਜਾਣਗੇ, ਜਿਹੜੇ ਸਕੂਲਾਂ ਦਾ ਕੰਮ ਕਰਦੇ ਆ ਖਾਸ ਕਰ। ਉਹਦੇ ਵਿੱਚ ਆਨਸਰ ਸ਼ੀਟ ਵੀ ਪੇਸ਼ ਕਰਤੀ, ਉਹਦੇ ਉੱਤੇ ਹੀ ਕੰਪਿਊਟਰ ਉੱਤੇ ਹੀ ਤੇ ਕੁਐਸਚਨ ਪੇਪਰ ਵੀ ਦੇਤਾ ਤੇ ਸਭ ਕੁਝ ਜਵਾਬ ਸਭ ਕੁਝ ਉੱਤੇ ਹੋ ਗਿਆ। ਤੇ ਸਾਡੇ ਵਰਗੇ ਕੀ ਕਰਨਗੇ? ਫਿਰ ਤੁਸੀਂ ਇੰਸਟੀਟਿਊਸ਼ਨਾਂ ਚਲਾਉਂਦੇ ਹੋ, ਉਹ ਕਾਹਦੇ ਵਾਸਤੇ ਚਲਾਉਂਦੇ ਹੋ ਫਿਰ ਇਹ ਪ੍ਰਿੰਟਿੰਗ ਦੀਆਂ? ਮੈਨੂੰ ਇਹ ਨਹੀਂ ਸਮਝ ਆਉਂਦੀ। ਇਹਦਾ ਮੈਨੂੰ ਹੱਲ ਦੱਸੋ ਵੀ ਇਹਦਾ ਜਿਹੜੇ ਤੁਸੀਂ ਅੱਗੇ ਬੱਚੇ ਪੈਦਾ ਕਰ ਮਤਲਬ ਸਿਖਾ ਰਹੇ ਹੋ ਬੱਚਿਆਂ ਨੂੰ ਇੰਸਟੀਟਿਊਸ਼ਨਾਂ ਦੇ ਵਿੱਚ 2-2 ਹਜ਼ਾਰ 5-5 ਹਜ਼ਾਰ ਬੱਚੇ ਨੇ, ਉਹ ਕੀ ਕਰਨਗੇ ਫਿਰ ਕੱਲ ਨੂੰ? ਚੋਪੜਾ ਜੀ ਤੁਹਾਡੇ ਹੱਥ ਤੋਂ ਪਹਿਲੇ ਮੈਂ ਗੱਲ ਦੱਸੀ, ਚੋਪੜਾ ਜੀ ਨਾਰਾਜ਼ ਹੋ ਰਿਹਾ ਕਿ ਤੁਸੀਂ ਕੀ ਕਰ ਕੱਲ ਨੂੰ ਕੀ ਹਾਲ ਹੋਊਗਾ ਇਹਦਾ? नहीं चोपड़ा जी गल ठीक है, लेकिन अपन को हालात नाल चलना पड़ेगा। और मैं फिर तो दसना चाहूंगा कि इट वाज द फर्स्ट अटेम्प्ट इन द वर्ल्ड, किसी ने ऐसा ट्राई नहीं किया सी क्वेश्चन आंसर इस तरह बनाए कि कोई सीक्रेसी, इन्नी सीक्रेसी नहीं, कोई कुछ नहीं कर पाया। और सारे बंदे हैरान सी। रात को भी जिसले गल हुई तो प्रिंसीपल कोलकाता दे उन्होंने उत्ते मीटिंग गया, कहंदा मैनूं दस्सिया गया और ਸਕੂਲਾਂ ਦੇ ਵੀ ਤਾਂ ਅਡਾਪਟ ਕਰਨਗੇ ਨਾ ਇਹ ਚੀਜ਼। नहीं ਅਸੀਂ ਕਰਾਂਗੇ ਨਾ ਜਾके, ਆਪਾਂ ਆਪਣਾ ਚੈਨਲ ਬਣਾਵਾਂਗੇ। ਹਰ ਕੋਈ ਕਰ ਸਕਦਾ ਹੈ ਸਰ। ਇਹਦਾ ਮਤਲਬ ਤੁਸੀਂ ਇੱਕ ਲਾਉਣਾ ਕਿ ਵੀ ਪ੍ਰਿੰਟਰ ਜਿਹੜੇ ਆ ਉਹ ਸਾਰੇ ਵਿਸ਼ਵਕਰਮਾ ਹੈ, ਪ੍ਰਿੰਟਰ ਕੁਝ ਵੀ ਕਰ ਸਕਦਾ। ਨਹੀਂ ਉਹ ਤਾਂ ਠੀਕ ਹੈ ਤੁਹਾਡੀ ਗੱਲ। ਹੁਣ ਮੈਂ ਤੁਹਾਡੇ ਸਾਹਮਣੇ ਦੂਜਾ ਪ੍ਰਿੰਟਰ ਨਹੀਂ, ਤੁਹਾਡੇ ਸਾਹਮਣੇ ਦੂਜਾ ਪ੍ਰਿੰਟਰ ਬੁਲਾਣਾ, ਉਹ ਬਿਜਲੀ ਦਾ ਕੰਮ ਸ਼ੁਰੂ ਕਰਤਾ ਉਹਨੇ, ਮਠਿਆਈ ਦਾ। ਹਾਂਜੀ ਅਮਨ ਜੀ ਦੱਸੋ ਕੀ ਕੀ ਕੀਤਾ ਸੀ ਉਹਨੇ? ਪ੍ਰਿੰਟਰ ਦਾ ਮਾਸਕ ਬਣਾਉਣੇ ਸ਼ੁਰੂ ਕਰਤੇ, ਉਹ ਵੀ ਤਾਂ ਪ੍ਰਿੰਟਰ ਹੈ। ਹਾਂਜੀ ਅਮਨ ਜੀ। ਅਮਨ ਹਾਂਜੀ ਸਰ, ਪਹਿਲਾਂ ਤਾਂ ਮੁਬਾਰਕਾਂ ਸਰ 74th ਇੰਡੀਪੈਂਡੈਂਸ ਡੇ ਦੀਆਂ ਸਾਰਿਆਂ ਨੂੰ ਮੁਬਾਰਕਾਂ। ਅਸੀਂ ਵੀ ਕਾਫੀ ਡਾਈਵਰਸਿਫਾਈ ਕੀਤਾ। ਹੁਣ ਪਿਛਲੇ ਮਹੀਨੇ ਦਾ ਸੇਲ ਕਾਫੀ ਅੱਛੀ ਪਿਕਅਪ ਕਰ ਗਈ ਹੈ, ਕਿਉਂਕਿ ਇੱਕ ਤਾਂ ਅਸੀਂ ਆਨਲਾਈਨ ਵੈਬਸਾਈਟ ਸਾਡੀ ਅਗਲੇ ਹਫਤੇ ਤੱਕ ਲਾਂਚ ਹੋ ਜਾਏਗੀ। ਉਹ 'ਚ ਅਸੀਂ ਮਲਟੀਪਲ ਚੀਜ਼ਾਂ ਕਾਫੀ ਪਾਈਆਂ ਰਿਲੇਟਡ ਟੂ ਪ੍ਰਿੰਟਿੰਗ ਵੀ ਹੈ। ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਾਰੀਆਂ ਚੀਜ਼ਾਂ ਅਸੀਂ ਆਨਲਾਈਨ ਪਾਤੀਆਂ ਹੈਗੀਆਂ। ਪਲੱਸ ਸ਼ਾਰਟਲੀ ਅਸੀਂ ਲੁਧਿਆਣੇ ਵੀ ਨਾ ਦੁਬਾਰਾ ਸ਼ੋਰੂਮ ਵੀ ਰੀਡਿਫਾਈਨ ਕਰਕੇ ਖੋਲ ਰਹੇ ਹਾਂ, ਬਿਕੋਜ਼ ਕੀ ਹੈ ਵੈਡਿੰਗ ਵਾਲੇ ਕੰਸੈਪਟ ਤਾਂ ਬੰਦ ਹੀ ਹੋ ਗਏ ਆਲਮੋਸਟ। ਹੁਣ ਜਿਹੜੇ ਬੰਦੇ ਆਉਂਦੇ ਆ ਕਹਿੰਦੇ ਕਿ ਇੰਸਟੈਂਟਲੀ 21 ਡੱਬੇ ਦੇ ਦਿਓ, 31 ਡੱਬੇ ਦੇ ਦਿਓ, 35 ਡੱਬੇ ਦੇ ਦਿਓ, ਇਸ ਤੋਂ ਬਾਅਦ ਕੁਆਂਟੀਟੀ ਨਹੀਂ ਹੈ। ਉਸ ਕਸਟਮਾਈਜ਼ੇਸ਼ਨ ਕਰਨੀ ਬੜੀ ਮੁਸ਼ਕਿਲ ਹੈ। ਤਾਂ ਅਸੀਂ 20-25 ਤਰ੍ਹਾਂ ਦੇ ਡੱਬੇ ਜਿਹੜੇ ਆ ਤਿਆਰ ਕਰਕੇ ਰੱਖ ਲਾਂਗੇ। ਜਿਹੜਾ ਬੰਦਾ ਆਈ ਜਾਊਗਾ ਹਲਕੀ ਫੁਲਕੀ ਚੇਂਜ ਕਰਕੇ ਅਸੀਂ ਉਹਨੂੰ ਦੇਣਾ ਸ਼ੁਰੂ ਕਰ ਦਾਂਗੇ। ਅਸੀਂ ਜਗ੍ਹਾ ਲੋਕੇਟ ਕਰ ਲਈ ਹੈ ਤੇ ਸ਼ਾਰਟਲੀ ਉਹਦੇ ਉੱਤੇ ਮੇਰਾ ਕੰਮ ਸ਼ੁਰੂ ਹੋ ਜਾਏਗਾ। ਤਾਂ 15 ਸਤੰਬਰ ਤੱਕ ਅਸੀਂ ਲੁਧਿਆਣੇ ਰੀਸਟਰਕਚਰਿੰਗ ਕਰਕੇ ਸ਼ੋਰੂਮ ਨਵਾਂ ਖੋਲ ਰਹੇ ਹਾਂ।
ਤੇ ਬਾਕੀ ਇੰਟੀਰੀਅਰ ਡਿਜ਼ਾਈਨਿੰਗ ਦਾ ਮੇਰਾ ਕਾਫੀ ਪਿਕਅਪ ਕਰ ਰਿਹਾ। ਮੈਂ ਨਾ ਕੰਟੇਨਰ ਹਾਊਸ ਬਣਾ ਰਿਹਾ ਅੱਜਕੱਲ। ਫਾਰਮ ਹਾਊਸਿਸ ਦੇ ਵਿੱਚ ਪਾਰਟੀਆਂ ਹੋਣ ਲੱਗੀਆਂ ਲੋਕਾਂ ਦੀਆਂ, ਤਾਂ ਲੋਕੀ ਘਰਾਂ ਤੋਂ ਨਿਕਲਦੇ ਨਹੀਂ ਹੈਗੇ, ਤੇ ਕਈਆਂ ਨੇ ਉਹਦੇ ਫਾਰਮ ਹਾਊਸਿਸ ਲੱਗੇ ਹੋਏ ਤਾਂ ਛੋਟੇ ਛੋਟੇ ਕੰਟੇਨਰ ਹਾਊਸਿਸ ਉਹ ਨਾਲ ਬਣਾਉਣੇ ਸ਼ੁਰੂ ਕਰਤੇ ਹੈਗੇ। ਤੇ ਕਾਫੀ ਹੋਰ ਚੀਜ਼ਾਂ ਨਵੀਆਂ ਨਵੀਆਂ ਸ਼ੁਰੂ ਕੀਤੀਆਂ ਹੈਗੀਆਂ, ਜਿਵੇਂ ਕਾਰਟਨਸ ਵਗੈਰਾ ਆਊਟਸੋਰਸ ਕਰ ਲਏ ਹੈਗੇ ਆ, ਮੋਨੋ ਕਾਰਟਨਸ ਆਊਟਸੋਰਸ ਕਰ ਲਏ ਹੈਗੇ ਆ। ਉਸ ਤੋਂ ਬਾਅਦ ਆਫਸੈਟ ਪ੍ਰਿੰਟਿੰਗ ਸਾਰੀ ਆਊਟਸੋਰਸ ਕਰ ਲਈ ਹੈ। ਅੰਦਰ ਸਟਾਫ 130 ਬੰਦਿਆਂ ਤੋਂ ਹੁਣ ਮੇਰੇ ਕੋਲ ਸਿਰਫ 16 ਬੰਦਿਆਂ ਦਾ ਸਟਾਫ ਹੈ ਹੁਣ। ਪਰ ਇਹ ਹੈ ਕਿ ਖਰਚੇ ਆਰਾਮ ਨਾਲ ਨਿਕਲ ਰਹੇ ਆ। ਲਿਕੁਇਡ ਕੈਸ਼ ਦੀ ਥੋੜੀ ਦਿੱਕਤ ਹੈਗੀ ਹੈ ਜ਼ਰੂਰ, ਪਰ ਓਵਰਆਲ ਕੀ ਹੈ ਕਿ ਹੁਣ ਪ੍ਰੋਫਿਟੇਬਲ ਲੱਗ ਰਿਹਾ ਕਿ ਹਾਂ ਵੀ ਕੰਮ ਪ੍ਰੋਫਿਟੇਬਲ ਹੈਗਾ। ਪਹਿਲਾਂ ਇੰਨਾ ਪ੍ਰੋਫਿਟ ਨਹੀਂ ਦਿਖਦਾ ਸੀ ਜਿੰਨਾ ਹੁਣ ਦਿਖਣ ਲੱਗ ਗਿਆ, ਤੇ ਕਾਫੀ ਫਰਕ ਹੈਗਾ। ਲੈਟਸ ਸੀ ਹੁਣ ਅੱਗੇ ਹੋਰ ਕਿੰਨਾ ਫਰਕ ਪੈ ਜਾਏਗਾ। ਤੇ ਜੋ ਬੜੇ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਰਸਤਾ ਲੱਭਿਆ, ਰਸਤੇ ਲਾਉਣੇ ਬੰਦੇ ਵੀ ਹੈਵ ਟੂ ਫਾਈਟ। ਦੇਖੋ ਉਹ ਹਾਲਤ ਤਾਂ ਸਾਡੇ ਉਹ ਆਪਾਂ ਨੇ ਦੇਖੋ ਇੱਕ ਉਹ ਕਹਾਣੀ ਹੈ ਨਾ, ਤੁਸੀਂ ਉਸ ਕਹਾਣੀ ਤੇ ਆ ਗਏ ਕਿ ਕਬੂਤਰ ਆ ਰਿਹਾ, ਜਿਹੜੇ ਬਿੱਲੀ ਆ ਰਹੀ ਕਬੂਤਰ ਅੱਖਾਂ ਬੰਦ ਕਰ ਲੈਂਦਾ। ਆਪਾਂ ਅੱਖਾਂ ਨਹੀਂ ਬੰਦ ਕਰ ਸਕਦੇ, ਉਹ ਬਿੱਲੀ ਤਾਂ ਆ ਹੀ ਰਹੀ ਹੈ ਤੇ ਆਪਾਂ ਨੂੰ ਰਸਤਾ ਬਦਲਣਾ ਪਏਗਾ ਜਿਸ ਤਰ੍ਹਾਂ ਅਮਨ ਨੇ ਬਦਲਿਆ। ਮਨੋਜ ਕਾਲਰਾ ਜੀ ਸਾਡੇ ਕੋਲ। ਮਨੋਜ ਜੀ ਪਲੀਜ਼। ਜੀ ਪਹਿਲਾਂ ਤਾਂ ਇੰਡੀਪੈਂਡੈਂਸ ਦੀਆਂ ਵਧਾਈਆਂ ਜੀ ਸਭ ਨੂੰ। ਕੰਮ ਦੇ ਬਾਰੇ ਏਦਾਂ ਜੀ, ਮੇਰੇ ਕੋਲ ਤਾਂ ਕੰਮ ਠੀਕ ਹੈ। ਮੈਂ ਕਹਾਂ ਜੌਬ ਵਰਕ ਦਾ ਕੰਮ ਹੈ, ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਹੈ ਜੀ। ਥੋੜਾ ਜਿਹਾ ਮਸ਼ੀਨਰੀ ਦਾ ਕੰਮ ਵੀ ਹਿੱਲਿਆ ਹੋਇਆ ਤੇ ਲੱਗ ਰਹੀਆਂ ਮਸ਼ੀਨਾਂ ਵੀ ਹੋਰ। ਮੇਰੇ ਕੋਲ ਕੰਮ ਠੀਕ ਬਿਲਕੁਲ ਚੱਲ ਰਿਹਾ ਜੀ। ਤੁਸੀਂ ਕੋਈ ਚੇਂਜ ਕੀਤਾ? ਲੇਬਰ ਹਾਂਜੀ ਨਹੀਂ, ਲੇਬਰ ਘੱਟ ਕੀਤੀ ਹੈ ਜੀ, ਬਸ ਇੰਨਾ ਹੀ ਹੈ। ਲੇਬਰ ਦਾ ਮਤਲਬ ਲੇਬਰ EMPLOYE ਘੱਟ ਕੀਤੇ ਨੇ, ਕੰਮ ਉਹਨਾਂ ਕੋਲੋਂ ਹੀ ਲੈ ਰਹੇ ਆ ਜਿਹੜੇ ਬੰਦੇ ਹੈਗੇ ਨੇ। ਜਿੱਥੇ ਪਹਿਲਾਂ 4 ਬੰਦੇ ਹੁੰਦੇ ਸੀ ਉੱਥੇ 2 ਬੰਦਿਆਂ ਨਾਲ ਕੰਮ ਚਲਾ ਰਹੇ ਆ। ਬਾਕੀ ਕੰਮ ਦੀ ਕੋਈ ਕਮੀ ਨਹੀਂ ਹੈ ਜੀ। ਜੌਬ ਵਰਕ ਦੇ ਵਿੱਚ ਕੰਮ ਸਹੀ ਚੱਲ ਰਿਹਾ ਜੀ ਆਪਣੇ ਕੋਲ। ਵੈਰੀ ਗੁੱਡ, ਚਲੋ ਵਧੀਆ ਸਰ। ਅਮਰਿੰਦਰ ਤੁਸੀਂ ਕੀ ਕਹਿਣਾ ਚਾਹੋਗੇ? ਅਮਰਿੰਦਰ ਜੀ। ਹਾਂਜੀ ਸਰ, ਸਾਰਿਆਂ ਨੂੰ ਇੰਡੀਪੈਂਡੈਂਸ ਡੇ ਦੀਆਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ। ਤੇ ਸਰ ਸਾਡਾ ਤੇ ਤਕਰੀਬਨ ਸਾਰੇ ਪ੍ਰਿੰਟਰਸ ਦੇ ਨਾਲ ਵਾਸਤਾ ਪੈਂਦਾ ਹੈ, ਤੇ ਸਾਰਿਆਂ ਦਾ ਤਕਰੀਬਨ ਠੀਕ ਚੱਲ ਰਿਹਾ। ਐਵਰੀਵਨ ਇਜ਼ ਥਿੰਕਿੰਗ ਅਬਾਊਟ ਸਰਵਾਈਵਲ ਆਫ ਦਿਸ ਈਅਰ, ਕਿ ਇਸ ਸਾਲ ਸਰਵਾਈਵ ਕਰ ਜਾਈਏ। ਬਾਕੀ ਕਿਸੇ ਨੂੰ ਕੋਈ ਜ਼ਿਆਦਾ ਕੰਪਲੇਂਟ ਨਹੀਂ ਹੈ। ਹੁਣ ਸਾਰੇ ਹੈਬਚੁਅਲ ਹੋ ਚੁੱਕੇ ਨੇ ਫਿਲਹਾਲ ਤਾਂ, ਜੋ ਹਾਲਾਤ ਬਣ ਰਹੇ ਨੇ। ਔਰ ਸਾਰਿਆਂ ਨੇ ਸਮਝ ਲਿਆ ਕਿ ਹੁਣ ਇਸ ਤਰ੍ਹਾਂ ਹੀ ਚੱਲਣਾ ਹੈ, ਤੇ ਔਖੇ ਸੌਖੇ ਹੋ ਕੇ ਇਸ ਸਾਲ ਕੱਢੀਏ। ਤੇ ਜਦੋਂ ਕਰੋਨਾ ਦਾ ਯੁੱਗ ਨਿਕਲਦਾ ਹੈ ਉਸ ਤੋਂ ਬਾਅਦ ਦੇ ਵਿਲ ਯਾਨੀ ਸੋਚਣਗੇ ਅੱਗੇ ਵਧਣ ਬਾਰੇ, ਜਾਂ ਜੋ ਵੀ ਅਗਲੀ ਨੈਕਸਟ ਪਲੈਨਿੰਗ ਹੈਗੀ ਹੈ। ਪਲਾਨ ਅਜੇ ਕੋਈ ਕੁਝ ਨਹੀਂ ਕਰ ਰਿਹਾ, ਦੇ ਆਰ ਜਸਟ ਥਿੰਕਿੰਗ ਅਬਾਊਟ ਸਰਵਾਈਵਲ। ਅਮਰਿੰਦਰ ਕੁਝ ਨਵਾਂ ਕੀਤਾ, ਕੁਝ ਚੇਂਜ ਕੀਤੀ ਪਹਿਲੇ ਤੋਂ? ਪਹਿਲੇ ਤਾਂ ਸਰ ਅਸੀਂ ਥੋੜਾ ਜਿਹਾ ਯਾਨੀ ਆਪਣੇ ਡੈਟਰਸ ਵੱਲ ਧਿਆਨ ਦਿੱਤਾ। ਜਿਹੜੇ ਬੈਡ ਡੈਟ ਸੀਗੇ ਉਹਨਾਂ ਨੂੰ ਤਕਰੀਬਨ ਸਪਲਾਈ ਬੰਦ ਹੀ ਕਰ ਦਿੱਤੀ ਹੈ ਕਹਿ ਲਓ। ਜਿਹੜੇ ਪੇਮੈਂਟਸ ਜਿਨ੍ਹਾਂ ਦੀ ਸਹੀ ਹੈ ਉਹਨਾਂ ਨਾਲ ਕੰਮ ਕਰ ਰਹੇ ਆ, ਰਾਦਰ ਦੈਨ ਦੈਟ। ਉਸ ਤੋਂ ਇਲਾਵਾ ਤੇ ਕੁਝ ਨਹੀਂ ਸਰ ਚੇਂਜਸ ਫਿਲਹਾਲ। ਚਲੋ ਜੈਸਾ ਵੀ ਟਾਈਮ ਤੁਸੀਂ ਕੱਢ ਰਹੇ ਹੋ ਦੈਟਸ ਗੁੱਡ। ਔਰ ਸਾਡੇ ਕੋਲ ਜੋਲੀਅਨ ਦਾ ਨਿਤਿਨ, ਤੁਸੀਂ ਬੋਲੋ ਨਿਤਿਨ ਜੀ। ਹਾਂਜੀ ਸਰ, ਸਾਰਿਆਂ ਨੂੰ ਪਹਿਲੇ ਜੈ ਹਿੰਦ। ਸਭ ਤੋਂ ਪਹਿਲੇ ਸਾਰਿਆਂ ਨੂੰ ਤੇ ਇੰਡੀਪੈਂਡੈਂਸ ਡੇ ਦੀਆਂ ਸਭ ਨੂੰ ਮੁਬਾਰਕਾਂ ਬਹੁਤ ਬਹੁਤ। ਤੇ ਬਾਕੀ ਕੰਮ ਤੇ ਹੁਣ ਪਟਰੀ ਤੇ ਆ ਰਿਹਾ ਹੌਲੀ ਹੌਲੀ ਕਰਕੇ। ਜਿੱਦਾਂ ਪਹਿਲੇ ਸਟਾਰਟਿੰਗ ਤੇ ਲੱਗਿਆ ਸੀ ਥੋੜਾ ਜਿਹਾ ਬਹੁਤ ਮੁਸ਼ਕਿਲ ਹੈ, ਇੱਕਦਮ ਕੰਮ ਜਿੱਦਾਂ ਸਮਝ ਨਹੀਂ ਲੱਗ ਰਿਹਾ ਸੀ ਕੀ ਬਣੇਗਾ ਕੀ ਨਹੀਂ ਬਣੇਗਾ, ਬਟ ਥੋੜਾ ਥੋੜਾ ਕਰਕੇ ਹੁਣ ਸਾਰਾ ਪਟਰੀ ਤੇ ਕੰਮ ਆ ਰਿਹਾ ਹੈ। ਬਾਕੀ ਅੱਗੇ ਉਮੀਦ ਹੈ ਕਿ ਹੁਣ ਅੱਛਾ ਹੀ ਹੋਏਗਾ। ਬਾਕੀ ਕਰੋਨੇ ਦੇ ਨਾਲ ਹੀ ਚੱਲਣਾ ਪੈਣਾ ਹੈ। ਹਾਂਜੀ ਇਹੀ। ਥੈਂਕ ਯੂ ਨਿਤਿਨ, ਥੈਂਕ ਯੂ ਵੈਰੀ ਮਚ। ਜੋਲੀ ਜੀ, ਅਮਰਜੋਤ ਅਰੋੜਾ। ਹਾਂਜੀ ਸਰ, ਸੁਤੰਤਰਤਾ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਮੈਂ 2-3 ਪੁਆਇੰਟ ਹੈ ਸਰ, ਜਿਵੇਂ ਸਾਰਿਆਂ ਦੀ ਗੱਲ ਸੁਣੀ ਹੈ। ਆਈ ਥਿੰਕ ਸਾਰੇ ਕਹਿੰਦੇ ਕੰਮ ਪਟਰੀ ਤੇ ਆ ਗਿਆ, ਬਟ ਸਟਿਲ ਹਾਲੇ ਕੰਮ ਪਟਰੀ ਤੇ ਨਹੀਂ ਆਇਆ। ਸ਼ਾਇਦ ਇਸ ਲਈ ਲੱਗ ਰਿਹਾ ਸਾਰਿਆਂ ਨੂੰ ਪਟਰੀ ਆਇਆ ਕਿ ਲੇਬਰ 50% ਹੈ, ਕੰਮ ਵੀ ਉਹਨਾਂ ਚੱਲ ਰਿਹਾ, ਇਸ ਲਈ ਲੱਗ ਰਿਹਾ ਪਟਰੀ ਤੇ ਆਇਆ। ਪਰ ਸਟਿਲ ਜੋ ਅਸੀਂ ਕੰਮ ਕਰੋਨਾ ਕਾਲ ਤੋਂ ਪਹਿਲੇ ਜਾਂ ਆਪਾਂ ਕਹਿ ਰਹੇ ਮਾਰਚ ਤੋਂ ਪਹਿਲੇ ਕਰ ਰਹੇ ਸੀ, ਉਹਦਾ ਅੱਜ ਵੀ ਅਸੀਂ 45 to 50% ਕੰਮ ਹੀ ਕਰ ਰਹੇ ਹਾਂ। ਇੱਕ ਪਰਸਨਲ ਮੈਂ ਦੱਸ ਰਿਹਾ, ਐਵਰੇਜ ਹੈ ਮਾਰਕੀਟ ਦੇ ਵਿੱਚ ਕਿ ਇਹੀ ਕੰਮ ਚੱਲ ਰਿਹਾ ਹੈਗਾ ਵਾ। ਠੀਕ ਹੈ ਨਾ ਜੀ। ਆਂਟੇ ਨਾਲ ਜਿਹੜੇ ਕੋਈ ਲੇਬਰ ਜੌਬ ਦਾ ਕੰਮ ਕਰਦੇ ਉਹਨਾਂ ਕੁਝ 60-65-70% ਹੋਏਗਾ, ਬਟ ਮੈਨੂੰ ਲੱਗਦਾ 100% ਤੇ ਕੋਈ ਵੀ ਹਾਲ ਤੱਕ ਅਚੀਵ ਨਹੀਂ ਕੀਤਾ ਹੈਗਾ। 1 ਜਾਂ 2 ਬੰਦੇ ਹੋਣਗੇ ਜੇ ਕੋਈ ਮੇਜਰ ਬੰਦੇ ਜਿਨ੍ਹਾਂ ਨੇ ਅਚੀਵ ਕੀਤਾ ਹੋ। ਅਦਰਵਾਈਜ਼ ਇਟ ਵਿਲ ਪ੍ਰੋਲੋਂਗ। ਇਹ 2-4 ਮਹੀਨੇ ਮੈਨੂੰ ਨਹੀਂ ਲੱਗਦਾ ਕਿ ਹਾਲੇ ਆਪਾਂ ਇਸ ਨੂੰ, ਕਿਉਂਕਿ ਹੁਣੇ ਦੇਖੋ ਤੁਸੀਂ ਦੱਸ ਰਹੇ ਸੀਗੇ ਕਿ ਸਾਡੇ ਅਕਾਊਂਟੈਂਟ ਸਾਹਿਬ ਨੂੰ ਵੀ ਕਰੋਨਾ ਹੋ ਗਿਆ। ਆਈ ਥਿੰਕ ਹੁਣ ਆਪਣੇ ਨੌਨ ਚੋਂ ਹਰ ਚੌਥਾ ਪੰਜਵਾਂ ਬੰਦਾ ਇੱਕ ਐਵਰੇਜ ਇੱਕ ਕਰੋਨਾ ਦੇ ਕਾਰਨ ਹੈਗਾ। ਔਰ ਉਹਦਾ ਇੱਕ ਡਰ ਜ਼ਰੂਰ ਹੈਗਾ ਲੋਕਾਂ ਦੇ ਵਿੱਚ ਕਿ ਯਾਰ ਅਸੀਂ ਇਸ ਕੰਮ ਨੂੰ ਅੱਗੇ ਚੱਲੀਏ, ਪਤਾ ਨਹੀਂ ਯਾਰ ਕੱਲ ਸਾਡੇ ਕਸਟਮਰ ਨੂੰ ਪ੍ਰੋਬਲਮ ਨਾ ਹੋ ਜਾਏ, 15 ਦਿਨ ਲਈ ਉਹ ਕੁਆਰੰਟਾਈਨ ਹੋ ਗਿਆ ਜਾਂ ਅਸੀਂ ਹੋ ਗਏ। ਇਹ ਚੀਜ਼ਾਂ ਜ਼ਰੂਰ ਚੱਲ ਰਹੀ। ਔਰ ਸੈਕੰਡਲੀ ਗੱਲ ਇੱਕ ਜਿਹੜੀ ਸਭ ਤੋਂ ਮੇਜਰ ਇਸ਼ੂ ਆਇਆ ਵਾ, ਜੋ ਮੈਂ ਮਹਿਸੂਸ ਕੀਤਾ ਸਰ, ਕਿ ਬਾਜ਼ਾਰ 'ਚ ਚਾਹੇ ਤੁਸੀਂ 20 ਸਾਲ ਤੋਂ ਕਿਸੇ ਵੈਂਡਰ ਨਾਲ ਕੰਮ ਕਰ ਰਹੇ ਸੀ, ਅੱਜ ਦੀ ਡੇਟ 'ਚ
ਜਿਹੜਾ ਤੁਹਾਨੂੰ ਸਪਲਾਈ ਦਿੰਦਾ ਉਹ ਬਹੁਤ ਜ਼ਿਆਦਾ ਸਖਤ ਹੋ ਗਿਆ, ਪਾਰਟਿਕੂਲਰਲੀ ਪੇਮੈਂਟ ਲਈ। ਉਹ ਪਿਛਲੇ ਰਿਲੇਸ਼ਨ ਨੂੰ ਭੁੱਲ ਗਿਆ, ਉਹ ਕਹਿੰਦਾ ਮੈਨੂੰ ਪਹਿਲੇ ਪੈਸੇ ਦੇ ਦੇ ਤਾਂ ਕੰਮ ਕਰਨਾ। ਇਹ ਮੇਰੇ ਨਾਲ ਤੇ ਹੋ ਰਹੀ ਹੈ, ਮੈਨੂੰ ਬਾਕੀਆਂ ਦਾ ਪਤਾ ਨਹੀਂ ਹੈ ਕਿ ਵੈਦਰ ਦੇ ਯਾਰ ਉਹਨਾਂ ਦਾ ਓਕੇ ਚੱਲ ਰਿਹਾ ਕਿ ਨਹੀਂ, ਬਟ ਮੇਰੇ ਨਾਲ ਤੇ ਹਰ ਉਹ ਸਖਤ ਹੈ ਕਿ ਨਹੀਂ ਯਾਰ ਪੇਮੈਂਟਾਂ ਪਹਿਲੇ। ਔਰ ਇਸੇ ਤਰੀਕੇ ਅਸੀਂ ਕਸਟਮਰ ਨਾਲ ਅੱਗੇ ਸਖਤ ਹੋ ਰਹੇ ਹਾਂ। ਅਸੀਂ ਅੱਗੇ 4-4 ਮਹੀਨੇ 6-6 ਮਹੀਨੇ ਪੈਸੇ ਨਹੀਂ ਮੰਗਦੇ ਸੀ, ਹੁਣ ਇਹ ਕਹਿੰਦੇ ਨਹੀਂ ਭਰਾਵਾ ਕੋਈ ਸਾਨੂੰ ਇੱਕ ਟਰਮਸ ਤੇ ਆ, ਇੱਕ ਚੀਜ਼ ਤੇ ਬੈਠ ਤਾਂ ਕੰਮ ਚੱਲਣਾ। ਉਹ ਮੈਂ ਸੋਚਦਾ ਇਹ ਸਮੱਸਿਆ ਆ ਰਹੀ ਹੈ। ਜਲੀ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ, ਲੇਕਿਨ ਜਿਹੜੇ ਬਾਕੀ ਬੰਦੇ ਉਹ ਵੀ ਠੀਕ ਕਰ ਰਹੇ। ਚੱਕਰ ਕੀ ਹੈ, ਕਮਾਈ ਘਟੀ ਤਾਂ ਖਰਚੇ ਵੀ ਤਾਂ ਘਟ ਗਏ। ਪੈਟਰੋਲ ਨਹੀਂ ਲੱਗਦਾ, ਬਾਹਰ ਨਹੀਂ ਜਾਣਾ ਬੰਦਾ, ਪਾਰਟੀਆਂ ਖਤਮ ਹੋ ਗਈਆਂ, ਕਲੱਬਾਂ ਖਤਮ ਹੋ ਗਈਆਂ। ਹਾਂ ਨਿਤਨ ਕੁਝ ਕਰ ਰਹੇ ਸੀ। ਕੰਮ ਵੀ ਬਹੁਤ ਹੋ ਰਿਹਾ ਹੈ, ਜਿੱਦਾਂ ਪਹਿਲੇ ਕਈ ਲਾਈਨਾਂ ਬੰਦ ਹੋ ਗਈਆਂ, ਜਿੱਦਾਂ ਹੋਜਰੀ 'ਚ ਉਹ ਵੀ ਦੂਜੀ ਇੰਡਸਟਰੀ 'ਚ ਆ ਰਹੇ ਨੇ ਬਾਕਸ ਵਾਲੇ, ਇਹ ਕੰਮ ਸ਼ਫਲ ਹੋ ਰਿਹਾ ਹੈ। ਬਾਕੀ ਜਿਨ੍ਹਾਂ ਦੀ ਪਹਿਲੇ ਮਾਰਕੀਟ ਸਹੀ ਸੀ, ਓਕੇ ਸੀ, ਉਹਨਾਂ ਨੂੰ ਅੱਜ ਵੀ ਉਦਾਂ ਹੀ ਉਧਾਰ ਮਿਲ ਰਿਹਾ, ਸਾਰਾ ਕੁਝ ਓਕੇ ਚੱਲ ਰਿਹਾ ਹੈ। ਬਾਕੀ ਇਹ ਹੈਗਾ ਉਹਨਾਂ ਨੇ ਖਿੱਚ ਜ਼ਰੂਰ ਦਿੱਤਾ ਥੋੜਾ ਜਿਹਾ ਪਹਿਲੇ ਨਾਲੋਂ, ਜਿੱਦਾਂ ਪਹਿਲੇ ਫੁੱਲ ਸੀਗੀ, ਥੋੜਾ ਜਿਹਾ ਟਾਈਟ ਕੀਤਾ ਸਭ ਨੂੰ। ਬਾਕੀ ਏਦਾਂ ਦੀ ਰੋਕ ਟੋਕ ਨਹੀਂ ਹੈਗੀ ਉਹਨਾਂ ਵੱਲੋਂ, ਡੀਲਰਾਂ ਵੱਲੋਂ ਕਿ ਵੀ ਨਹੀਂ ਅਸੀਂ ਤੈਨੂੰ ਮਾਲ ਬਿਲਕੁਲ ਨਹੀਂ। ਨਾਲ ਖੜੇ ਨੇ ਸਾਡੇ ਡੀਲਰ, ਅੱਜ ਵੀ ਖੜੇ ਨੇ, ਪਹਿਲੇ ਵੀ ਖੜੇ ਨੇ, ਉਹ ਕੋਈ ਉਹਨਾਂ ਵੱਲੋਂ ਇੰਨੀ ਦਿੱਕਤ ਨਹੀਂ ਆ ਰਹੀ ਸਾਨੂੰ। ਬਾਕੀ ਅੱਗੋਂ ਕੰਮ ਦੀ ਦਿੱਕਤ ਹੈਗੀ ਹੈ ਥੋੜੀ ਜਿਹੀ, ਹਜੇ ਵੀ ਘੱਟ ਹੈ। ਉਹ ਵੀ ਕੰਮ ਜਿੱਦਾਂ ਮਾਰਕੀਟ 'ਚ ਲੇਬਰ ਉਹਨਾਂ ਕੋਲ ਘੱਟ ਹੈ, ਅਸੀਂ ਤੇ ਕਹਿੰਦੇ ਹਾਂ ਪਰਮਾਤਮਾ ਉਹਨਾਂ ਦਾ ਕੰਮ ਚਲਾਵੇ, ਸਾਡੀਆਂ ਪਾਰਟੀਆਂ ਦਾ ਸਾਡਾ ਖੁਦ ਚੱਲਣ ਲੱਗ ਪਏਗਾ, ਬਸ ਇਹੀ ਕਰਦੇ ਹਾਂ। ਐਕਚੁਅਲੀ ਉਹ ਸਿਰਫ ਇਹ ਰਿਹਾ ਕਿ 9 to 6 ਦੇयर इज नो ਅੱਗੇ ਵੈਸੇ ਤਾਂ ਪ੍ਰਧਾਨ ਜੀ ਨੇ ਜਿਵੇਂ ਕਿਹਾ ਹੁਣੇ ਇਦਾਂ ਚਾਹੀਦਾ 9 ਤੋਂ 6 ਕੰਮ ਹੋਣਾ ਚਾਹੀਦਾ, ਬਾਕੀ ਆਰਾਮ ਕਰੋ। ਹੁਣ 9 ਤੋਂ 6 ਚੱਲਦਾ, ਉਹਨਾਂ ਕੰਮ ਠੀਕ ਲੱਗਦਾ, ਖਰਚੇ ਵੀ ਘਟ ਗਏ, ਓਵਰਟਾਈਮ ਨਹੀਂ ਦੇਣਾ ਪੈਂਦਾ। ਅੱਗੇ ਤੁਹਾਨੂੰ ਪਤਾ ਤਨਖਾਹ ਤੋਂ ਜ਼ਿਆਦਾ ਓਵਰਟਾਈਮ ਹੁੰਦਾ ਸੀ, ਯਾਦ ਕਰੋ। ਹੁਣ ਓਵਰਟਾਈਮ ਉਹ ਖਰਚੇ ਬੜੇ ਘਟ ਗਏ, ਜਿਸ ਕਰਕੇ ਇਹ ਲੱਗਦਾ ਹੈ ਕਿ ਹਾਂ ਹੁਣ ਪਟਰੀ ਲਾइन पे आ गई। तो एनीबॉडी एल्स? शैलेंद्र जी जुड़े हैं। शैली बोलिए। शैली सत श्री अकाल जी। हाँ लेट हो गए, बोलो जरा, तुम लेट के हो गए बोले तो। ठीक ठाक, सब ਨੂੰ ਰਿਪਬਲਿਕ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਕੋਈ ਵਿਚਾਰ ਸੁਣਨੇ ਜਾਵਾਂਗੇ ਅੱਜ ਕੱਲ ਕੀ ਹਾਲਤ ਹੈ ਔਰ ਕੀ ਹੋ ਰਿਹਾ ਮਾਰਕੀਟ ਦਾ, ਕੀ ਹਾਲ ਹੈ? ਮਾਰਕੀਟ ਦਾ ਬਹੁਤ ਵਧੀਆ ਹਾਲ ਹੈ ਜੀ, ਬਹੁਤ ਵਧੀਆ, ਫਸਟ ਕਲਾਸ ਹੈ, ਨਜ਼ਾਰੇ ਨੇ, ਮੰਦੇ ਦੇ ਪੂਰੇ ਨਜ਼ਾਰੇ ਨੇ, ਮੰਦੇ ਦੇ। ਇਸ ਟਾਈਮ ਮੰਦਾ ਘੋਰ ਮੰਦਾ ਚੱਲ ਰਿਹਾ, ਸਿਰਫ ਕੰਮ 5 ਤੋਂ 10% ਹੀ ਹੈ ਮਾਰਕੀਟ ਦੇ ਵਿੱਚ, ਉਹ ਵੀ ਨਹੀਂਗਾ। ਮਤਲਬ ਕਿ ਵੇਜਸ ਵੀ ਨਿਕਲ ਰਹੇ, ਤੁਹਾਡੇ ਖਰਚੇ ਵੀ ਨਿਕਲ ਰਹੇ, ਜਿਹੜੇ ਹੈਗੇ ਨਾ ਆਪਣੇ ਇਲੈਕਟ੍ਰਿਸਿਟੀ ਵਗੈਰਾ ਦੇ, ਹੋਰ ਦੇ ਸਾਰਿਆਂ ਦੇ, ਇਹ ਸਾਰੇ ਕੋਈ ਵੀ ਖਰਚਾ ਨਹੀਂ ਨਿਕਲ ਰਿਹਾ। ਇੰਡਸਟਰੀ ਸਾਰੇ ਡਰੇ ਬੈਠੇ ਨੇ ਐਕਚੁਅਲੀ ਮਾਰਕੀਟ ਦੇ ਵਿੱਚ, ਕੋਈ ਵੀ ਕੰਮ ਖੁੱਲ ਕੇ ਨਹੀਂ ਕਰ ਰਿਹਾ, ਕੋਈ ਵੀ ਇੰਡਸਟਰੀ ਹੈ, ਬੇਸ਼ੱਕ ਆਟੋ ਆ, ਸਾਈਕਲ ਪਾਰਟ ਆ ਜਾਂ ਹੋਰ ਆ, ਹਨਾ, ਕੋਈ ਵੀ ਖੁੱਲ ਕੇ ਕੰਮ ਨਹੀਂ ਕਰ ਰਿਹਾ। ਇੱਕ ਤਾਂ ਲੇਬਰ ਸ਼ਾਰਟੇਜ ਕਰਕੇ, ਇੱਕ ਉਹਨਾਂ ਦੇ ਜਿਹੜੇ ਆਰਡਰਸ ਨੇ ਉਹ ਵੀ ਨਹੀਂ ਪ੍ਰੋਪਰ ਉਹਨਾਂ ਤੋਂ ਮਿਲਦੇ ਜਿਹੜੇ ਹੈਗੇ ਨੇ, ਤੇ ਮਾਰਕੀਟ ਦੇ ਵਿੱਚ ਸਾਰੇ ਡਰੇ ਹੋਏ ਨੇ। ਕੋਈ ਕੈਸ਼ ਫਲੋ ਵੀ ਨਹੀਂ ਹੈਗਾ ਮਾਰਕੀਟ ਦੇ ਵਿੱਚ, ਜਿਹੜਾ ਜਿਹਦੇ ਨਾਲ ਸਾਰੀ ਮਾਰਕੀਟ ਜਿਹੜੀ ਬੇਸਿਕਲੀ ਮਾਰਕੀਟ ਕੈਸ਼ ਫਲੋ ਨਾਲ ਚੱਲਦੀ ਹੈ। ਤੇ ਬਾਕੀ ਜਿਹੜੀਆਂ ਟਰਮਸ ਨੇ, ਬਿਜ਼ਨਸ ਦੀਆਂ ਟਰਮਸ ਨੇ, ਸਭ ਕੈਸ਼ ਤੇ ਹੋ ਗਈਆਂ ਨੇ। ਤੁਹਾਡਾ ਰੇਂਜ ਵੀ ਆਉਂਦੀ ਹੈ, ਨਾਲ ਹੀ ਚੈੱਕ ਮੰਗਦਾ, ਤੁਹਾਡਾ ਪੇਪਰ ਆਉਂਦਾ ਉਹ ਵੀ ਨਾਲ ਹੀ ਚੈੱਕ ਮੰਗਦਾ ਹੈਗਾ। ਪਹਿਲਾਂ ਕ੍ਰੈਡਿਟ ਸੀਗਾ, ਬੰਦਾ ਖੇਡ ਜਾਂਦਾ ਸੀ, ਥੋੜੀ ਗੇਮ ਮਿਲ ਜਾਂਦੀ ਸੀ, ਟਾਈਮ ਮਿਲ ਜਾਂਦਾ ਸੀ ਖੇਡਣ ਦਾ, ਲੇਕਿਨ ਹੁਣ ਉਹ ਬਿਲਕੁਲ ਹੀ ਖਤਮ ਹੋ ਗਿਆ ਸਾਰਾ ਕੁਝ। ਜੋਲੀ ਵੀ ਇਹੀ ਕਹਿ ਰਹੇ ਸੀ ਕਿ ਪ੍ਰੋਬਲਮ ਆ ਰਹੀ ਹੈ ਬਿੱਲ ਨਹੀਂ ਰਹੇ ਵੈਸੇ। ਹੋਰ ਕੋਈ ਬੰਦਾ ਕੋਈ ਗੱਲ ਕਰਨਾ ਚਾਹੇਗਾ? ਐਨੀਬਡੀ ਐਲਸ? ਸਰ ਇੱਕ ਆਪਣੇ ਸ਼ਾਇਦ ਆਪਾਂ ਨੂੰ ਪਤਾ ਹੋਏਗਾ ਕਿ ਆਪਣੇ ਰਾਜੂ ਆਫਸੈਟ ਵਾਲੇ ਸੀਗੇ ਆਪਣੇ ਮੈਂਬਰ ਨੇ, ਉਹਨਾਂ ਦੇ ਫਾਦਰ ਦੀ ਵੀ ਡਿਊ ਟੂ ਕਰੋਨਾ ਡੈਥ ਹੋਈ ਸੀਗੀ। ਜੀ ਜੀ। ਤੇ ਇਸ ਤਰ੍ਹਾਂ ਕੱਲ ਵੀ ਮੈਨੂੰ ਪਤਾ ਲੱਗਾ ਕਿ ਇਨਫੈਕਟ ਆਪਣੀ ਫੀਲਡ ਦੇ ਇਸ ਵਕਤ ਕਾਫੀ ਬੰਦੇ ਜਿਹੜੇ ਸਾਡੇ ਮੈਂਬਰ ਨਹੀਂ ਹੈਗੇ ਇਸ ਵਕਤ ਕਰੋਨਾ ਦੇ ਕਾਰਨ ਮਤਲਬ ਹੋ ਰਹੇ ਨੇ। ਇਹ ਸਾਨੂੰ ਉਹੀ ਹੁਣ ਪ੍ਰਿੰਟਰ ਮਹਿੰਗੇ ਪ੍ਰਿੰਟਰ ਵੀ ਇੱਕ ਡਰ ਲੱਗ ਰਿਹਾ ਕਿ ਸਾਨੂੰ ਵੈਸੇ ਅਸੀਂ ਤੁਸੀਂ ਕਾਫੀ ਕੁਝ ਕਰਵਾਇਆ, ਸਾਨੂੰ ਦੱਸਿਆ ਕਿ ਕੀ ਪ੍ਰੋਟੋਕਾਲ ਫੋਲੋ ਕਰਨੇ ਚਾਹੀਦੇ ਆ। ਆਈ ਥਿੰਕ ਦੁਬਾਰਾ ਇੱਕ ਵਾਰ ਫੇਰ ਕੁਝ ਕੀਤਾ ਜਾਵੇ ਇਹਦੇ ਤੇ, ਬੈਟਰ ਨਹੀਂ? ਦੇਖੋ ਮੈਂ ਤੁਹਾਨੂੰ ਬੜੀ ਕਲੀਅਰ ਦੱਸ ਦਿੰਦਾ, ਧਿਆਨ ਤੁਸੀਂ ਆਪਣਾ ਆਪ ਰੱਖਣਾ, ਤੁਹਾਡਾ ਧਿਆਨ ਕਿਸੇ ਹੋਰ ਨੇ ਨਹੀਂ ਰੱਖਣਾ। ਔਰ ਜਿਸ ਤਰ੍ਹਾਂ ਆਪਾਂ ਆਪਣੀਆਂ ਮੀਟਿੰਗਾਂ 'ਚ ਵੀ ਗੱਲ ਕੀਤੀ ਹੈ, ਤੁਹਾਡਾ ਜਿਵੇਂ ਮੇਰਾ ਰੂਮ ਹੈ, ਮੈਂ ਆਪਣਾ ਰੂਮ ਹੀ ਕਲੀਨ ਕਰ ਸਕਦਾ ਹਾਂ, ਮੈਂ ਇਸਨੂੰ ਸੈਨੀਟਾਈਜ਼ ਕਰ ਸਕਦਾ, ਇੱਥੇ ਕੋਈ ਕਰੋਨਾ ਦੇ ਵਾਇਰਸ ਨਹੀਂ ਆਉਣਗੇ। ਲੇਕਿਨ ਅਗਰ ਮੈਂ ਬਾਹਰ ਜਾਊਂਗਾ ਜਾਂ ਬਾਹਰਲਾ ਕੋਈ ਬੰਦਾ ਅੰਦਰ ਆਏਗਾ ਤਾਂ ਫਿਰ ਤਾਂ ਕੋਈ ਕੰਟਰੋਲ ਨਹੀਂ ਹੈ ਨਾ। ਹਾਊ ਮਚ ਟਾਈਮ ਯੂ ਕੈਨ ਬੀ ਲੌਕ ਇਨਸਾਈਡ? ਇਸ ਦਾ ਤਾਂ ਇਲਾਜ ਇੱਕੋ ਹੀ ਕਿ ਆਪਣਾ ਘਰ ਨੂੰ ਸੈਨੀਟਾਈਜ਼ ਕਰ ਲਓ, ਉਸ ਦੇ ਅੰਦਰ ਹੀ ਰਹੋ, ਬਾਹਰ ਨਾ ਜਾਓ। ਇਲਾਜ ਤਾਂ ਇਸਦਾ ਕੋਈ ਵੀ ਨਹੀਂ ਹੈ। ਅਗਰ ਆਪਾਂ ਇਲਾਜ ਸੋਚੀਏ ਤਾਂ देयर इज नो, ਬਿਲਕੁਲ ਕੋਈ ਵੀ ਇਲਾਜ ਨਹੀਂ ਹੈ। ਐਕਚੁਅਲੀ ਤਾਂ ਵੀ ਹੈਵ ਟੂ ਸੇਵ ਆਵਰਸੈਲਫ। ਲੇਕਿਨ ਦੇਖੋ ਆਪਾਂ ਬਿਜ਼ਨਸ ਵੀ ਕਰਨਾ ਹੈ, ਬਿਜ਼ਨਸ ਤੁਹਾਡੇ ਕੋਲ 1000 ਬੰਦੇ ਮਿਲਣ ਆਉਂਦੇ, ਕਿਸ ਤਰ੍ਹਾਂ ਰੋਕ ਸਕਦੇ ਹੋ? ਰੱਬ ਦੇ ਅਰਦਾਸ ਕਰੋ, ਹੋਰ ਕੋਈ ਰਸਤਾ ਨਹੀਂ ਹੈ। ਕਿਉਂਕਿ ਪ੍ਰੈਕਟੀਕਲੀ ਕੀ ਹੋਏਗਾ, ਤੁਸੀਂ ਕਿੰਨੀ ਕੁ ਰਿਸਟ੍ਰਿਕਸ਼ਨ ਕਰ ਲਓਗੇ, ਕਿੰਨੀ ਕੁ ਕਰ ਲਓਗੇ, ਔਰ ਬੰਦਾ ਭੁੱਲ ਹੀ ਜਾਂਦਾ ਉਨੀ ਰਿਸਟ੍ਰਿਕਸ਼ਨ। ਵੈਸੇ ਤਾਂ ਜੋ ਇੱਕ ਚਾਰਟ ਤੁਹਾਨੂੰ ਭੇਜਿਆ ਸੀਗਾ ਕਿ ਬੜਾ ਸਿੰਪਲ ਹੈ। ਅਗਰ ਤੁਹਾਡੇ ਕੋਲ ਪਹਿਲੀ ਗੱਲ ਤਾਂ ਜਿੱਥੇ ਤੁਸੀਂ ਤੁਹਾਡਾ ਆਫਿਸ ਹੈ
ਉਸ ਨੂੰ ਸੈਨੀਟਾਈਜ਼ 2 ਵਾਰੀ ਕਰੋ, 1 ਵਾਰੀ ਸਵੇਰੇ 1 ਵਾਰੀ ਸ਼ਾਮ ਨੂੰ। ਉਹ ਸਾਡੇ ਕੋਲ ਸਾਰਾ ਕੁਝ ਸੈਨੀਟਾਈਜ਼ ਹੈ, ਸਾਰੇ ਸੀਟਾਂ ਸੈਨੀਟਾਈਜ਼ ਕਰੋ। ਉਸ ਤੋਂ ਬਾਅਦ ਜਿਹੜਾ ਬੰਦਾ ਵੀ ਆਉਂਦਾ ਹੈ ਉਸ ਨੂੰ ਤੁਸੀਂ ਦਰਵਾਜ਼ੇ ਤੇ ਅਗਰ ਸੈਨੀਟਾਈਜ਼ ਕਰ ਸਕਦੇ ਹੋ ਤਾਂ ਬੈਟਰ ਹੈ। ਅਗਰ ਉਹ ਹੁਣ ਕਈ ਵਾਰੀ ਬੰਦੇ ਆਬਜੈਕਟ ਕਰਦੇ ਕੁਛ ਹੈ, ਕਿਉਂਕਿ ਕਈ ਵਾਰੀ ਕਸਟਮਰ ਐਸੇ ਹੁੰਦੇ ਤੁਸੀਂ ਉਹਨੂੰ ਮਨਾ ਨਹੀਂ ਕਰ ਸਕਦੇ, ਵਰਕਰ ਨੂੰ ਨਹੀਂ ਮਨਾ ਕਰ ਸਕਦੇ, ਤੇ ਵਰਕਰ ਦਾ ਗੇਟ ਥੋੜਾ ਅਲੱਗ ਰੱਖੋ। ਤੁਹਾਡੇ ਕੋਲ ਐਂਟਰੀ ਵਰਕਰ ਦੀ ਘਟਾ ਦਿਓ। ਜਿਹੜੇ ਤੁਹਾਡੇ ਕੋਲ ਆਉਂਦੇ ਬੰਦੇ ਉਹਨਾਂ ਨੂੰ ਦੇਖੋ ਵੀ ਮਾਸਕ ਲਗਾ ਕੇ ਆਉਣ। ਇਸ ਕਰਕੇ ਹਰ ਇੱਕ ਬੰਦੇ ਨੂੰ ਮਾਸਕ ਪਾਉਣਾ ਚਾਹੀਦਾ ਜਦੋਂ ਵੀ ਆਪਾਂ ਬਾਹਰ ਜਾਈਏ ਜਾਂ ਜਦੋਂ ਵੀ ਕਿਸੇ ਨਾਲ ਮਿਲੀਏ। ਵੀ ਸ਼ੁਡ ਵੇਅਰ ਦਾ ਮਾਸਕ, ਸਾਨੂੰ ਦੇਖ ਕੇ ਵੀ ਪਏਗਾ ਔਰ ਉਹਨੇ ਵੀ ਮਾਸਕ ਪਾਇਆ ਹੋਣਾ ਚਾਹੀਦਾ। ਬਾਕੀ ਤਾਂ ਸਭ ਨੂੰ ਪਤਾ ਹੀ ਹੈ, ਹੱਥ ਨਾ ਮਿਲਾਓ, ਗਲੇ ਨਾ ਮਿਲੋ, ਇਹ ਤਾਂ ਸਿੰਪਲ ਗੱਲ ਹੈ। ਪਾਰਟੀ ਨੂੰ ਅਵਾਇਡ ਕਰੋ ਜਿੰਨੀਆਂ ਅੱਜ ਵੀ ਦੇਖੋ ਅਸੀਂ ਅਵਾਇਡ ਕੀਤਾ ਹੀ ਹੈ ਨਾ। ਔਰ ਸਿਰਫ ਗਵਰਨਮੈਂਟ ਨੂੰ ਕਾਨੂੰਨ ਨੂੰ ਭੁੱਲ ਜਾਓ। ਵੀ ਹੈਵ ਟੂ ਸੇਵ ਆਵਰਸੈਲਫ। ਉਸ ਦਾ ਸਭ ਤੋਂ ਵੱਡਾ ਇੱਕ ਕਾਰਨ ਹੈ, ਸਭ ਤੋਂ ਵੱਡਾ ਕਾਰਨ ਆਈ ਥਿੰਕ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਹਸਪੀਟਲ 'ਚ ਜਗ੍ਹਾ ਨਹੀਂ ਹੈ। ਅਗਰ ਆਪਣੇ ਚੋਂ ਕੋਈ ਵੀ ਬੰਦਾ ਬਿਮਾਰ ਹੋ ਗਿਆ ਉਸਦਾ ਇਲਾਜ ਨਹੀਂ ਹੋਏਗਾ, ਹਸਪਤਾਲ ਜਗ੍ਹਾ ਹੀ ਨਹੀਂ ਹੈ। ਇਸ ਦਾ ਇੱਕੋ ਇਲਾਜ ਹੈ ਨਾ, ਜਿਸ ਵਕਤ ਤੁਹਾਡੀ ਆਕਸੀਜਨ ਘਟਦੀ ਤਾਂ ਆਕਸੀਜਨ ਚਾਹੀਦੀ ਹੈ, ਉਸ ਵਾਸਤੇ ਉਹ ਜਿਹਾ ਐਟਮੋਸਫੇਅਰ ਚਾਹੀਦਾ। ਹਸਪੀਟਲ ਤੋਂ ਬਿਨਾਂ ਹੋ ਨਹੀਂ ਸਕਦਾ ਕਿਉਂਕਿ ਹਸਪੀਟਲ 'ਚ ਜਗ੍ਹਾ ਨਹੀਂ ਹੈ। ਇਸ ਕਰਕੇ ਸੇਵ ਕਰੋ ਆਪਣੇ ਆਪ ਨੂੰ। ਸਪੈਸ਼ਲੀ ਧਿਆਨ ਰੱਖੋ ਆਪਣੇ ਬੱਚਿਆਂ ਦਾ, ਆਪਣੇ ਬਜ਼ੁਰਗਾਂ ਦਾ। ਉਹ ਜ਼ਿਆਦਾ ਇਫੈਕਟ ਹੋ ਸਕਦੇ, ਉਹਨਾਂ 'ਚ ਇਮਿਊਨ ਸਿਸਟਮ ਇਮਿਊਨਿਟੀ ਥੋੜੀ ਘੱਟ ਹੁੰਦੀ ਹੈ, ਉਹਨਾਂ ਤੇ ਜ਼ਿਆਦਾ ਧਿਆਨ ਰੱਖੋ। ਅਦਰਵਾਈਜ਼ ਸਰ ਹੁਣ ਦੇਖੋ ਦੇਰ ਆਰ ਮੈਨੀ ਰਿਸਟ੍ਰਿਕਸ਼ਨ ਵਿਚ ਕੈਨੋਟ ਬੀ ਫੋਲੋਡ। ਆਪਾਂ ਅਗਰ ਪ੍ਰੈਕਟੀਕਲੀ ਕਵਾਂਗੇ ਤਾਂ ਫਿਰ ਬੰਦੇ ਦਾ ਹਰ ਇੱਕ ਦਿਲ ਕਰਦਾ ਯਾਰ ਜਾਈ ਆਈਏ, ਮਿਲ ਹੀ ਆਈਏ। ਜਿੰਨਾ ਤੁਸੀਂ ਅਵਾਇਡ ਕਰ ਸਕਦੇ ਹੋ ਟਰਾਈ ਟੂ ਅਵਾਇਡ ਯੋਰਸੈਲਫ ਔਰ ਟਰਾਈ ਟੂ ਸੇਵ ਯੋਰਸੈਲਫ। ਆਪਣੇ ਆਪ ਨੂੰ ਬਚਾਓ। ਜਦੋਂ ਤੁਸੀਂ ਆਪਣੇ ਆਪ ਨੂੰ ਬਚਾਓਗੇ ਦੂਸਰਾ ਆਪੇ ਬਚ ਜਾਏਗਾ। ਦੈਟ ਇਜ਼ ਓਨਲੀ ਸੋਲੂਸ਼ਨ। ਠੀਕ ਹੈ ਜੀ। ਹਾਂਜੀ ਪਰਸਨਲ ਜਿਹੜੀ ਪਬਲਿਕ ਡੀਲਿੰਗ ਹੈ ਨਾ ਉਹ ਘਟਾਓ, ਅਵਾਇਡ ਕਰੋ, ਘੱਟੋ ਘੱਟ ਕਰੋ ਜਿਹੜੀ ਹੈ। ਹਾਂ ਇਹੀ ਪੋਸੀਬਲ ਹੈ ਰਾਈਟ। ਹੋਰ ਕੋਈ ਬੰਦਾ ਕੁਝ ਕਹਿਣਾ ਚਾਹੇਗਾ? ਕੋਈ ਮੈਂਬਰ ਸਾਡਾ ਐਨੀ ਅਦਰ ਆਈਟਮ ਆਪਣੇ ਕੋਲ ਐਨੀ ਕੋਈ ਹੋਰ ਕਿਸੇ ਆਈਟਮ ਤੇ ਕੋਈ ਗੱਲ ਕਰਨਾ ਚਾਹੇ ਕਿਸੇ ਵੀ ਟੌਪਿਕ ਤੇ? I will request ਕਿ ਜਿਹੜੇ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਵੈਬਿਨਾਰ ਜਾਂ ਜਿਸ ਤਰ੍ਹਾਂ ਉਹਨੂੰ ਅੱਜ ਵੀ ਦੇਖੋ ਸਾਡੀ ਅਟੈਂਡੈਂਸ ਬੜੀ ਘੱਟ ਹੈ। ਇਸ ਪਰ ਰੂਟੀਨ ਹੋਣੀ ਨਹੀਂ ਚਾਹੀਦੀ ਇੰਨੀ ਘੱਟ, ਲੇਕਿਨ ਚਲੋ what can be done, they must be more busy there। ਲੇਕਿਨ ਅਗਰ ਆਓਗੇ ਤਾਂ ਤੁਹਾਨੂੰ ਕੁਛ ਨਾ ਕੁਛ ਨਏ ਆਈਡੀਆ, ਕੁਛ ਨਈ ਸਲਾਹ ਮਿਲੇਗੀ। ਕੰਮ ਅੱਗੇ ਕੀ ਹੋਏਗਾ, ਫਿਊਚਰ कैसा है प्रिंटिंग ਦਾ ਅੱਗੇ। ਜਿਸ ਤਰ੍ਹਾਂ ਗੁप्ता जी ने ਗੱਲ ਕੀਤੀ ਤਾਂ we discuss it। ਮੇਰੇ 2.5 ਘੰਟੇ ਹੀ ਡਿਸਕਸ਼ਨ ਹੋਈ ਕਿ ਪ੍ਰਿੰਟਿੰਗ 'ਚ ਹੁਣ ਕੰਮ ਘਟ ਰਿਹਾ ਜਾਂ ਪ੍ਰਿੰਟ ਘਟ ਰਿਹਾ ਤਾਂ ਮਲਟੀਮੀਡੀਆ ਵਧ ਰਿਹਾ, ਇੰਟਰਨੈਟ ਵਧ ਰਿਹਾ। ਸੋ ਕੀ ਕੀਤਾ ਜਾਏ? ਪ੍ਰਿੰਟਿੰਗ, ਮਲਟੀਮੀਡੀਆ, ਜਰਨਲਿਜ਼ਮ, ਇੰਟਰਨੈਟ ਇੱਕ ਜਗ੍ਹਾ ਤੇ ਇਕੱਠੇ ਹੋ ਰਹੇ ਸਾਰੇ। ਕਿਉਂਕਿ ਦੇਖੋ ਵੀ ਹੈਵ ਟੂ ਡੂ ਆਵਰਸੈਲਫ, ਬਾਹਰਲਾ ਕੋਈ ਨਹੀਂ ਕਰੇਗਾ। ਤੇ ਅਗਰ ਤੁਸੀਂ ਉਹ ਦੇਖੋਗੇ ਉਹਦੇ 'ਚ ਕੁਝ ਸੋਲੂਸ਼ਨ ਦਿੱਤੇ ਹੋਏ ਆ, ਬਟ ਯੂ ਹੈਵ ਟੂ ਸੀ ਯੋਰਸੈਲਫ। ਇੱਕ ਵਾਰੀ ਸੁਣਨਾ ਪਏਗਾ, ਦੇਖਣਾ ਪਏਗਾ, ਉਸ ਤੋਂ ਬਾਅਦ ਉਸ ਫੀਲਡ ਦੇ ਉੱਤੇ ਅੱਗੇ ਗੱਲ ਕਰਨੀ ਪਏਗੀ। ਸਟਿਕਿੰਗ ਟੂ ਦਾ ਪਲੇਸ ਵੇਅਰ ਯੂ ਆਰ ਇਟ ਇਜ਼ ਡਿਫਿਕਲਟ ਟੂ ਸਰਵਾਈਵ। ਆਪਣਾ ਰਸਤਾ ਤਾਂ ਬਦਲਣਾ ਹੀ ਪਏਗਾ ਸਾਨੂੰ। ਥੋੜੇ ਜਿਹੇ ਹੋਰ ਰਸਤੇ ਅਮਨ ਨੇ ਲੱਭੇ ਨਾ। ਅਮਨ ਦੇਖੋ ਹੀ ਇਜ਼ ਡੂਇੰਗ ਇਸ ਕਰੇ, ਮੈਨੂੰ ਅੱਛੇ ਪੈਸੇ ਬਚ ਰਹੇ, ਪਵਾਓ ਮਾਸਕ ਬਣਾਏ, ਕੁਝ ਵੀ करे। देयर आर मैनी। ਤੁਹਾਡੇ ਇੱਕ ਹੋਰ ਸੀ अपना मेंबर नहीं है, वेडिंग कार्ड वाला, उसने अपनी बेकरी शॉप खोलती और बहुत अच्छी चल रही है, ऑनलाइन बहुत ही बढ़िया चल रही है। मेरे को भी सामान दे के गया जी, तो वेरी टेस्टी, बहुत अच्छा बनता। चेंज कर लेना वो, क्योंकि उस दे विच पहले की सी स्वीट बॉक्स दे विच ओही चीज़ां पा के दिंदा सी, उन्हें सैपरेट बेचनी शुरू करती। वी हैव टू फाइंड आवर वे। हर एक बंदे नूं अपना रास्ता खुद लभना पेगा। ਹੋਰ ਤਾਂ ਬਾਕੀ ਦਾ ਕੁਛ ਇਹਦੇ 'ਚ ਇਲਾਜ ਹੈ ਨਹੀਂ। ਹੁਣ ਆਉਣ ਵਾਲਾ ਟਾਈਮ ਕੋਵਿਡ ਖਤਮ ਵੀ ਹੋ ਗਿਆ ਨਾ, ਇਹ ਹਾਲਤ ਨਹੀਂ ਖਤਮ ਹੋਣਾ। ਹੁਣ ਲੋਕਾਂ ਨੂੰ ਆਦਤ ਪੈ ਗਈ ਆਨਲਾਈਨ ਦੀ। ਜਿਸ ਤਰ੍ਹਾਂ ਚੋਪੜਾ ਜੀ ਠੀਕ ਹੀ ਨਾਰਾਜ਼ ਹੋ ਰਹੇ ਸੀ, ਹੁਣ ਜਦੋਂ ਆਨਲਾਈਨ ਹੋਏਗਾ ਤਾਂ ਕੌਣ ਆਨਸਰ ਸ਼ੀਟਾਂ ਛਪਾਏਗਾ, ਕੌਣ ਕੁਐਸਚਨ ਪੇਪਰ ਛਪਾਏਗਾ? ਜ਼ਰੂਰਤ ਹੀ ਨਹੀਂ, ਉਹ ਬੈਟਰ ਹੈ। ਉਸ ਤੋਂ ਵੱਡੀ ਟਰਾਂਸਪੇਰੈਂਸੀ ਨਹੀਂ ਹੋ ਸਕਦੀ, ਡੁਪਲੀਕੇਸੀ ਹੋ ਹੀ ਨਹੀਂ ਸਕਦੀ ਉੱਥੇ। ਇੱਕ ਬੰਦਾ ਆਪਣੇ ਨੂੰ ਇੱਕ ਵਾਰੀ ਰਜਿਸਟਰ ਕਰਾ ਸਕਦਾ, ਦੁਬਾਰਾ ਕਰਾ ਨਹੀਂ ਸਕਦਾ। ਇੱਕ ਜਗ੍ਹਾ ਤੇ ਇੱਕ ਦੀ ਬੰਦੇ ਦੀ ਜਗ੍ਹਾ ਤੇ ਦੂਜਾ ਬੰਦਾ ਪੇਪਰ ਨਹੀਂ ਦੇ ਸਕਦਾ। ਇਸ ਕਰਕੇ slowly people are going to adopt those things। ਤੇ ਪ੍ਰਿੰਟਿੰਗ ਦਾ ਕੰਮ ਤਾਂ ਹੋਰ ਘਟੇਗਾ। ਸੋ ਐਨੀਬਡੀ ਐਲਸ ਹੋਰ ਕੋਈ ਗੱਲ ਕਰਨਾ ਚਾਹੇਗਾ? ਔਰ ਵੀ ਸ਼ੁੱਡ ਨਾਓ ਸਟਾਪ ਦ ਮੀਟਿੰਗ, ਖਤਮ ਕਰੀਏ। ਸਰ ਇੱਕ ਮੇਰੀ ਗੱਲ ਸੀਗੀ, ਜਿਵੇਂ ਓਪੀ ਆਪਣੀ ਹੈਗੀ ਹੈ ਨਾ। ਹੈਲੋ ਹਾਂਜੀ ਬੋਲੋ। ਜਿਵੇਂ ਕਿ ਜਿਵੇਂ ਆਪਣੀ ਓਪੀ ਐਸੋਸੀਏਸ਼ਨ ਹੈਗੀ, ਆਪਣੇ ਇੱਕ ਡਿਜੀਟਲ ਪਲੇਟਫਾਰਮ ਬਣਾਓ ਇੱਕ, ਜਿਹਦੇ ਉੱਪਰ ਨਾ ਸਾਰਿਆਂ ਦੀ ਇਨਫੋਰਮੇਸ਼ਨ ਮਿਲੇ, ਜਿਹਦੇ ਐਡਵਰਟਾਈਜ਼ਮੈਂਟ ਕਰ ਸਕਦੇ। ਜਿਵੇਂ ਹੁਣ ਪ੍ਰਿੰਟ ਮੀਡੀਆ ਆਪਣਾ ਹੈਗਾ ਹੈ ਨਾ, ਪੰਜਾਬ ਜਿਹੜਾ ਆਪਣਾ ਮੈਗਜ਼ੀਨ ਆ ਰਿਹਾ ਹੈਗਾ,
ਉਹਦੇ ਅਕੋਰਡਿੰਗਲੀ ਆਪਾਂ ਡਿਜੀਟਲ ਇੱਕ ਪਲੇਟਫਾਰਮ ਬਣੇ ਜਿਹਦੇ ਸਿਰਫ ਐਡਵਰਟਾਈਜ਼ਮੈਂਟ ਹੀ ਹੋਣ, ਆਪਣੇ ਐਸੋਸੀਏਸ਼ਨ ਦੇ ਮੈਂਬਰ ਦੀ ਲਿਸਟ ਹੋਵੇ, ਕੀ ਕੰਮ ਕਰਦੇ ਨੇ, ਕਿੱਥੇ ਲੋਕੇਸ਼ਨ ਹੈਗੀ ਹੈ ਨਾ ਉਹਦੀ, ਪਲੱਸ ਜਿਹੜਾ ਉਹਨਾਂ ਦੇ ਵਿੱਚ ਐਡਵਰਟਾਈਜ਼ਮੈਂਟ ਹੋਵੇ, ਜਿਹੜਾ ਕਿ ਆਪਾਂ ਜਿਵੇਂ ਫੇਸਬੁੱਕ ਵਗੈਰਾ ਹੋਰ ਤੇ ਐਡ ਕਰਦੇ ਹਾਂ ਨਾ, ਉੱਥੇ OPA ਦੀ ਐਡ ਜਾਵੇ, ਉਹਨਾਂ ਨਾਲ ਲਿੰਕ ਹੋ ਕੇ ਬੰਦਾ ਸਾਡੇ ਕੋਲ ਇੱਥੇ ਨਾਰਥ ਦੇ ਵਿੱਚ ਆਪਾਂ ਜਿਹੜੇ ਬੰਦੇ ਬੈਠੇ ਆ ਨਾ, ਉਹਨਾਂ ਨਾਲ ਟਾਈ ਅਪ ਹੋ ਸਕੇ, ਇੱਕ ਵਧੀਆ ਤਰੀਕੇ ਨਾਲ ਬਣ ਸਕਦਾ, ਕੋਈ ਚੀਪ ਐਂਡ ਬੈਸਟ ਵਾਲਾ ਸਿਸਟਮ ਬਣ ਸਕਦਾ। ਇੰਡੀਵਿਜੂਅਲੀ ਆਪਣੀ ਐਡ ਕਰਨ ਫੇਸਬੁੱਕ ਤੇ, ਟਵਿੱਟਰ ਤੇ, ਹੋਰ ਤੇ ਹਨਾ ਐਡਵਰਟਾਈਜ਼ਮੈਂਟ ਕਰਨ, ਉਹ OPA ਦੇ ਥਰੂ ਕੰਮ ਹੋਵੇ ਤਾਂ ਮੇਰੇ ਖਿਆਲ ਸਭ ਤੋਂ ਬੈਸਟ ਹੋ ਸਕਦਾ। ਸਾਰੇ ਇੱਕ ਕਲਸਟਰ ਦਾ ਰੂਪ ਹੀ ਬਣ ਸਕਦਾ, ਇੱਕ ਚੱਕਰ ਸਾਰਾ ਪ੍ਰੋਮਿਨੈਂਟ ਹੋ ਸਕਦੀ ਕਿਉਂਕਿ ਆਪਣੇ ਏਰੀਆ ਦੇ ਵਿੱਚ ਹੋਊਗਾ। ਤੁਹਾਡਾ ਆਈਡੀਆ ਬਹੁਤ ਅੱਛਾ ਸ਼ੈਲੀ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਅਗਰ ਸਾਨੂੰ ਬੰਦੇ ਡਿਟੇਲ ਦੇਣ ਵੀ ਵਿਲ ਪ੍ਰਿੰਟ, ਅਸੀਂ ਪਹਿਲੇ ਛਾਪਦੇ ਸੀ, ਲੋਕੀ ਡਿਟੇਲ ਦਿੰਦੇ ਨਹੀਂ, ਦੇਖੋ ਮੈਂਬਰ ਪ੍ਰੋਵਾਈਡ ਕਰਨੀ ਹੈ ਨਾ, ਮੈਂਬਰ ਸਾਨੂੰ ਡਿਟੇਲ ਪ੍ਰੋਵਾਈਡ ਕਰ, ਅਸੀਂ ਜਿਸ ਤਰ੍ਹਾਂ ਤੁਹਾਡਾ ਸੁਜੈਸ਼ਨ ਹੈ, ਅਸੀਂ ਪੰਜਾਬ ਪ੍ਰਿੰਟ ਇੱਕ ਪੇਜ ਲਗਾ ਦਿੰਦੇ ਹਾਂ, ਉਹਦੇ ਹੋਏਗਾ ਕਿ ਇੰਨਾ ਏਰੀਆ ਫ੍ਰੀ, ਇਸ ਤੋਂ ਜ਼ਿਆਦਾ ਏਰੀਆ ਤਾਂ ਉਹਦੇ ਤੇ ਪੈਸੇ ਲੱਗਣਗੇ, ਆਪਾਂ ਇੱਕ ਛੋਟਾ ਜਿਹਾ ਬਾਕਸ ਬਣਾ ਦਾਂਗੇ ਉਹਦੇ ਚ, ਅਗਰ ਤਾਂ ਉਹਨਾਂ ਬਾਕਸ ਕਰਨਾ ਫ੍ਰੀ ਹੋ ਜਾਏਗਾ, ਜ਼ਿਆਦਾ ਕਰਨਾ ਪੈਸੇ ਲੱਗ ਜਾਣਗੇ, ਬੜਾ ਈਜ਼ੀ ਹੈ, ਇਟਸ ਅ ਗੁੱਡ ਆਈਡੀਆ, ਵੀ ਆਰ ਰੈਡੀ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਡਿਜੀਟਲਾਈਜ਼ ਕਰਨਾ ਮਟੀਰੀਅਲ ਤਾਂ ਤੁਸੀਂ ਪ੍ਰੋਵਾਈਡ ਕਰਨਾ ਨਾ, ਜਿਹੜੀ ਸਾਡੀ ਪੰਜਾਬ ਪ੍ਰਿੰਟ ਹੈ ਦੈਟ ਗੋਜ਼ ਐਵਰੀਵੇਅਰ, ਸਿਰਫ ਇੱਥੇ ਹੀ ਨਹੀਂ, ਇੰਡੀਆ 'ਚ ਹਰ ਜਗ੍ਹਾ ਜਾਂਦੀ ਹੈ। ਉਹਨੂੰ ਆਪਾਂ ਡਿਜੀਟਲਾਈਜ਼ ਵੀ ਕਰ ਲਈਏ, ਆਪਾਂ ਜੇ ਸਪੋਜ਼ ਕਰੋ ਇੱਕ ਪਲੇਟਫਾਰਮ ਹੈ, ਇਹਦੀ ਇੱਕ ਵੈਬਸਾਈਟ ਹੀ ਆਪਾਂ ਡਿਜ਼ਾਈਨ ਕਰ ਲੈਂਦੇ ਹਾਂ ਹਨਾ, ਜਿਹਦੇ ਉੱਪਰ ਆਪਾਂ ਇਹ ਸਾਰੀ ਇਨਫੋਰਮੇਸ਼ਨ ਦੇ ਲਈਏ, ਕੋਈ ਕੀ ਸੈਟਅਪ ਕਰਕੇ ਛੱਡੋ, ਆਪਾਂ ਪ੍ਰਿੰਟਰ ਦਾ ਨਾਮ, ਉਹਦੇ ਕੰਟੈਕਟ ਨੰਬਰਸ ਹਨਾ, ਇੱਕ ਲਿਸਟ ਵੀ ਹੋ ਸਕਦੀ ਕਿ ਵੀ ਇਹ ਬਾਕਸ ਮੇਕਿੰਗ ਕਰਦਾ ਹੀ ਕਰਦਾ, ਸਪੈਸ਼ਲਿਸਟ ਦੱਸੀ ਹੋਵੇ, ਉਹਦੇ ਵਿੱਚ ਇਕਵਿਪਮੈਂਟ ਨਾਂ ਦੱਸਿਆ ਹੋਵੇ, ਕੋਈ ਚੱਕਰ ਨਹੀਂ, ਉਹਦੀ ਸਪੈਸ਼ਲਿਸਟ ਕੀ ਹੈ ਉਹ ਸਾਰੀ ਮੈਂਸ਼ਨ ਹੋਵੇ, ਕੰਟੈਕਟ ਨੰਬਰ ਹੋਣ, ਇਸ ਤਰੀਕੇ ਨਾਲ ਹੋਵੇ, ਐਡਵਰਟਾਈਜ਼ਮੈਂਟ ਵੀ ਵਿੱਚ ਹੋਣ, ਉਹੀ ਆਪਾਂ ਵੈਬਸਾਈਟ ਫੇਸਬੁੱਕ ਟਵਿੱਟਰ ਤੇ ਆਪਾਂ ਉਸ ਨੂੰ ਲਾਂਚ ਕਰਕੇ ਐਡ ਕਰੀਏ, ਕੋਲੈਬੋਰੇਟ ਹੋ ਸਾਰਾ ਕੁਝ, ਇੱਕ ਨਾਰਥ ਦੀ ਇੱਕ ਬਹੁਤ ਵੱਡੀ ਪਾਵਰ ਬਣ ਸਕਦੀ ਹੈ। ਬਿਲਕੁਲ ਠੀਕ ਹੈ ਸਰ, ਐਕਚੁਅਲੀ ਸਾਡੇ ਕੋਲ ਆਪਣੀ ਵੈਬਸਾਈਟ ਹੈ ਆਪਣੀ, ਉਹਦੇ ਤੇ ਲੋਡ ਕਰ ਦਿੰਦੇ ਹਾਂ, ਉਹਦੇ ਤੇ ਕਰ ਦਾਂਗੇ, ਉਹਦੇ ਵੀ ਪੋਜੀਸ਼ਨ ਤੁਸੀਂ ਆਪਣੇ ਆਪ ਹੀ ਲੋਡ ਕਰ ਸਕਦੇ ਹੋ, ਸਾਡਾ ਉਹਦੇ ਤੇ ਆਲਰੇਡੀ ਹੈ, ਸਾਡੀ ਵੈਬਸਾਈਟ ਤੇ ਜਾ ਕੇ ਦੇਖੋ, ਹਰ ਮੈਂਬਰ ਦਾ ਉਹਦਾ ਡਿਟੇਲ ਹੈ, ਤੁਸੀਂ ਮੈਂਬਰ ਦੀ ਜਿਸਲੇ ਕਲਿੱਕ ਕਰੋਗੇ ਤਾਂ ਉਹਦੀ ਡਿਟੇਲ ਆ ਜਾਏਗੀ, ਜੋ ਸਾਨੂੰ ਉਹਨੇ ਸਬਮਿਟ ਕੀਤੀ ਹੈ ਉਹ ਡਿਟੇਲ ਆ ਜਾਏਗੀ, ਆਂਦੀ ਇੱਕ ਇੱਕ ਕਰਕੇ ਅਸੀਂ ਇਕੱਠੀ ਲਿਸਟ ਆਣੇ ਦਿੰਦੇ, ਪੀਪਲ ਯੂਜ਼ ਇਟ ਫਾਰ ਐਡਵਰਟਾਈਜ਼, ਜਿਹੜੇ ਕੁਝ ਆਪਣਾ ਪ੍ਰੋਡਕਟ ਐਡਵਰਟਾਈਜ਼ ਕਰਨਾ ਉਧਰ ਆ ਜਾਏਗਾ, ਹੁਣ ਵੀ ਅਵੇਲੇਬਲ ਹੈ ਲਿਸਟ, ਲੇਕਿਨ ਅਗਰ ਤੁਸੀਂ ਭੇਜੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਵੀ ਵਿਲ ਇੰਪਰੂਵ ਇਟ। ਸਾਡੇ ਕੋਲ ਇੱਕੋ ਹੀ ਪ੍ਰੋਬਲਮ ਹੈ ਕਿ ਉਸ ਵੈਬਸਾਈਟ ਨੂੰ ਮੇਨਟੇਨ ਕਰਨ ਲਈ ਵੀ ਡੋਂਟ ਹੈਵ ਐਨੀ ਸਟਾਫ, ਤਾਂ ਕਿ ਉਸ ਦੇ ਵਿੱਚ ਜਿਹੜੀ ਚੇਂਜਿੰਗ ਆ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ, ਅਸੀਂ ਕਰਦੇ ਹਾਂ ਉਹਦੇ ਵਿੱਚ। ਸਾਡੀ ਜਿਹੜੀ ਵੈਬਸਾਈਟ opaindia.com ਹੈ, ਦੇਖੋ ਉਹਦੇ ਤੇ ਡਿਟੇਲ ਦਿੱਤੀ, ਉਹਦੇ ਵਿੱਚ ਪ੍ਰਿੰਟਰ ਦੇ ਡਿਟੇਲ ਵੀ ਹੈ, ਐਡਰੈਸ, ਤੁਹਾਡਾ ਐਡਰੈਸ, ਫੋਨ ਨੰਬਰ ਦਿੱਤੇ, ਹਾਂ ਤੁਸੀਂ ਕੀ ਕਰ ਰਹੇ ਹੋ ਇਹ ਨਹੀਂ ਦਿੱਤਾ, ਕਿਉਂਕਿ ਤੁਸੀਂ ਸਾਨੂੰ ਸਬਮਿਟ ਨਹੀਂ ਕੀਤਾ, ਜੋ ਤੁਸੀਂ ਸਾਨੂੰ ਦਿਓਗੇ ਉਹੀ ਭਰ ਦਾਂਗੇ। ਉਹਦੇ ਚ ਇੰਨਾ ਦਿੱਤਾ ਹੈ ਕਿ ਵੀ ਪ੍ਰਿੰਟਰ ਕੌਣ ਹੈ, ਉਸਦਾ ਐਡਰੈਸ ਕੀ ਹੈ, ਨਾਂ ਕੀ ਹੈ, ਲੇਕਿਨ ਉਹ ਕੀ ਛਾਪਦਾ ਹੈ ਇਹ ਤੁਸੀਂ ਸਾਨੂੰ ਪੋਜੀਸ਼ਨ ਅਗਰ ਦਿਓਗੇ, ਵਿਲ ਗਿਵ ਇਟ। ਤਾਂ ਹੀ ਕਰਿਆ ਸਪੈਸ਼ਲਿਸਟ ਵੀ ਆਪਾਂ ਲਿਖਦੇ ਨੇ, ਵਿਜ਼ਿਟਿੰਗ ਕਾਰਡ ਤੇ ਸਪੈਸ਼ਲਿਸਟ ਵੀ ਹੈ, ਮੈਂ ਬਾਕਸ ਸ਼ਾਪ ਦਾ, ਮੈਂ ਕਾਰਬੋਰੇਸ਼ਨ ਬਾਕਸ ਬਣਾਉਣਾ ਹਨਾ, ਉਹ ਤਾਂ ਕੋਈ ਵੀ ਦੇ ਸਕਦਾ, ਉਹ ਟ੍ਰੇਡਰ ਵੀ ਦੇ ਸਕਦਾ, ਮੈਨੂਫੈਕਚਰਰ ਵੀ ਦੇ ਸਕਦਾ। ਸ਼ੈਲੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਇਸ ਤੱਕ ਕਹਿੰਦੇ ਦਿਓ, ਵੀ ਆਰ ਰੈਡੀ, ਸਾਨੂੰ ਮਟੀਰੀਅਲ ਤਾਂ ਤੁਸੀਂ ਦਿਓਗੇ ਨਾ, ਮੈਂਬਰ ਹੀ ਮਟੀਰੀਅਲ ਦੇਗਾ ਨਾ, ਕਿ ਮੈਂ ਕੀ ਕਰਦਾ, ਮੈਨੂੰ ਤਾਂ ਨਹੀਂ ਪਤਾ ਕੋਈ ਕੀ ਕਰਦਾ, ਜੇ ਸਾਨੂੰ ਆਏਗਾ ਵਿਲ ਪਬਲਿਸ਼ ਇਟ, ਅਸੀਂ ਉਹਦੇ ਪਾ ਦਾਂਗੇ। ਆਪਾਂ ਅੱਜ ਦੀ ਮੀਟਿੰਗ 'ਚ ਹੀ ਸਾਰਿਆਂ ਨੂੰ, ਸਾਡੇ ਮਿੰਟ ਜਾਂਦੇ ਆ, ਸਾਰਿਆਂ ਨੂੰ ਕਹਿ ਦਾਂਗੇ ਕਿ ਸਾਡਾ ਇਹ ਫੈਸਲਾ ਹੈ ਕਿ ਵੈਬਸਾਈਟ ਤੇ ਇਹ ਵੀ ਡਿਟੇਲ ਦੇਣੀ, ਅਸੀਂ ਤੁਸੀਂ ਦਿਓ, ਅਸੀਂ ਪਾ ਦਿੰਦੇ, ਵੈਬਸਾਈਟ ਤੇ ਅਵੇਲੇਬਲ ਹੈ, ਆਪਾਂ ਉਹਨੂੰ ਐਡਵਰਟਾਈਜ਼ਮੈਂਟ ਕਰੀਏ, ਸੋਸ਼ਲ ਸ਼ੈਲੀ ਐਡਵਰਟਾਈਜ਼ਮੈਂਟ ਅਲੱਗ ਹੋਗੀ, ਐਡਵਰਟਾਈਜ਼ਮੈਂਟ ਦਾ ਚਾਰजेस ਹੈ ਨਾ, ਨਹੀਂ ਨਹੀਂ ਹੈ, ਇੰਨੀ ਮਹਿੰਗੀ ਨਹੀਂ ਹੈਗੀ, ਉਹ 10,000 ਦੇ ਵਿੱਚ ਤੁਸੀਂ ਘੱਟੋ ਘੱਟ 3 ਮਹੀਨੇ ਐਡ ਕਰ ਸਕਦੇ ਹੋ ਫੇਸਬੁੱਕ ਤੇ। ਨਹੀਂ, ਐਡ ਤਾਂ ਬੰਦਾ ਅਗਰ ਦੇਣੀ ਚਾਹੇਗਾ, ਐਡ ਤਾਂ ਹੀ ਵਿਲ ਹੈਵ ਟੂ ਪੇ, ਇਹ ਜਿਹੜੀ ਫ੍ਰੀ ਲਿਸਟਿੰਗ ਤਾਂ ਹੋ ਜਾਏਗੀ ਨਾ, ਲਿਸਟਿੰਗ ਤਾਂ ਫ੍ਰੀ ਹੈ ਵਿਦਾਊਟ ਐਨੀ ਚਾਰजेस, ਉਹਦੇ ਚ ਆ ਜਾਏਗਾ ਆਲਰੇਡੀ ਨਾਂ ਔਰ ਡਿਟੇਲ ਹੈ, ਉਹ ਕੀ ਛਾਪਦਾ ਅਗਰ ਆ ਜਾਏਗਾ ਸਾਨੂੰ ਦੇਣਗੇ, ਅਸੀਂ ਵੀ ਪਾ ਦਾਂਗੇ। ਨਹੀਂ ਮੈਂ OPA ਜਿਹੜੀ ਆਪਣੀ opaindia.com ਜਿਹੜੀ ਆਪਣੀ ਸਾਈਟ ਹੈ ਜਿਹੜੀ, ਮੈਂ ਉਹਦੀ ਐਡਵਰਟਾਈਜ਼ਮੈਂਟ ਦੀ ਗੱਲ ਕਰਦਾ, ਉਹ ਚੌਣੀ ਤਾਂ ਪੈਗੀ ਨਾ, ਕਈ ਵੈਬਸਾਈਟ ਬਣ ਗਈ ਤਾਂ ਬੈਠ ਕੇ ਕੋਈ ਪ੍ਰੋਬਲਮ ਨਹੀਂ ਹੈ ਨਾ, ਲੋਕਾਂ ਦਾ ਕੁਝ ਨਹੀਂ ਚਾਹੀਦੀ ਨਾ, ਤੁਸੀਂ ਉਸ ਨੂੰ ਪਾਪੂਲਰ ਕਰਨ ਨੂੰ ਕਹਿੰਦੇ ਉਹ ਕਰ ਲਾਂਗੇ, ਉਹ ਐਡਵਰਟਾਈਜ਼ਮੈਂਟ ਉਹ ਕਰਨਾ। ਹੋਰ ਕੋਈ ਐਨੀਬਡੀ ਐਲਸ, ਹੋਰ ਕੋਈ ਸੁਜੈਸ਼ਨ ਸਰ? ਦਿਸ ਇਜ਼ ਅ ਵੈਰੀ ਗੁੱਡ ਸੁਜੈਸ਼ਨ, ਐਨੀ ਅਦਰ? ਹਾਂਜੀ ਜੋਲੀ ਜੀ ਬੋਲੋ। ਸਮਝ ਇੱਕ ਆਪਣੀ ਉਹ ਆਲ ਇੰਡੀਆ ਦੀ ਮੀਟਿੰਗ ਹੋਣੀ ਸੀ, ਉਹ ਕੈਂਸਲ ਹੋ ਗਈ, ਉਹਦਾ ਕੁਝ ਫਰਦਰ ਆਈ ਕੋਈ ਡੇਟ ਡੂਟ ਕੀ ਹੈ, ਉਸ ਹਿਸਾਬ ਨਾਲ ਕਦੋਂ ਹੈਗੀ ਹੈ ਨੈਕਸਟ ਮੀਟਿੰਗ ਦਾ? ਅਜੇ ਸਰ ਕੋਈ ਇਨਫੋਰਮੇਸ਼ਨ ਨਹੀਂ ਹੈ, ਜਦੋਂ ਇਨਫੋਰਮੇਸ਼ਨ ਆਈ ਸਭ ਨੂੰ ਡਾਇਰੈਕਟ ਹੀ ਆਈ, ਈਮੇਲ ਸਭ ਨੂੰ ਆਉਂਦੀ ਹੈ, ਅਜੇ ਉਹਦੀ ਪਤਾ ਨਹੀਂ ਉਹ ਕੀ ਕਰ ਰਹੇ ਆ, ਉਹਨਾਂ ਦਾ ਕੁਝ ਸਮਝ ਨਹੀਂ ਆ ਰਿਹਾ। ਮੈਂ ਕਿਹਾ ਸ਼ਾਇਦ ਤੁਹਾਡੇ ਕੋਲ, ਕਿਉਂਕਿ ਤੁਸੀਂ ਉਸ ਕਮੇਟੀ 'ਚ ਰਹਿੰਦੇ ਹੋ, ਮੈਂ ਕਿਹਾ ਪਤਾ ਲੱਗ ਰਿਹਾ ਫਾਰਵਰਡ ਕੀ ਆ ਰਹੀ, ਤਾਂ ਕਿ ਕਈ ਵਾਰ ਸਾਡਾ ਪਲਾਨ ਹੋ ਜਾਂਦਾ ਕਿ ਉਹ ਦੇ ਆਰ ਨਾਟ ਟੈਲਿੰਗ ਮੀ, ਮੇਰੇ ਕੋਲ ਕੋਈ ਸਲਾਹ ਨਹੀਂ ਲੈ ਰਿਹਾ, ਨਾ ਮੈਨੂੰ ਪਤਾ, ਨਾ ਮੇਰੀ ਸਲਾਹ ਮੰਨੀ ਜਾ ਰਹੀ ਹੈ, ਪ੍ਰੈਕਟੀਕਲ ਗੱਲ ਹੈ।
and what they are doing even we don't know. Only planning की है, maybe it is the reason everybody is like. ਓਕੇ बाकी कुछ जो आएगी तुम सारे ਨੂੰ आ जाएगी। ਠੀਕ ਹੈ ਜਿਹੜੀ ਪਹਿਲੇ ਕੈਨਸਲ ਹੋਈ ਹੈ that was the reason ਕਿ ਉਸ ਦੀ ਜਿਹੜਾ ਨੋਟਿਸ ਘੱਟ ਪੀਰੀਅਡ ਦਾ ਦਿੱਤਾ ਸੀ ਉਹ ਇੱਕ ਟੈਕਨੀਕਲ ਰੀਜ਼ਨ ਸੀ, ਲੇਕਿਨ ਅਸਲੀ ਕਾਰਨ ਕੁਝ ਹੋਰ ਸੀ। ਅਸਲੀ ਕਾਰਨ ਸੀ ਉਹਨਾਂ ਨੇ ਬੜੀਆਂ ਰਿਸਟ੍ਰਿਕਟ, ਤੁਸੀਂ ਲੈਟਰ ਤੁਹਾਡੇ ਕੋਲ ਆਈ ਸੀ ਜਿਹੜੀ ਕਾਪੀ ਤੁਸੀਂ ਮੈਨੂੰ ਵੀ ਭੇਜੀ ਹੈ, ਉਹਨਾਂ ਨੇ ਬੜੀਆਂ ਰਿਸਟ੍ਰਿਕਸ਼ਨ ਲਗਾਈਆਂ ਸੀ ਕਿ ਮਾਈਕ ਅਸੀਂ ਕੰਟਰੋਲ ਕਰਾਂਗੇ। ਹੁਣ ਇੱਥੇ ਮਾਈਕ ਖੁੱਲਿਆ ਤੁਸੀਂ ਆਪੇ ਬੋਲ ਸਕਦੇ ਹੋ ਨਾ, ਕੋਈ ਵੀ ਬੰਦਾ ਉੱਥੇ ਨਹੀਂ ਬੋਲ ਸਕਦੇ। ਫਿਰ ਆਪਾਂ ਮੈਂ ਤੁਹਾਨੂੰ ਫਾਰਵਰਡ ਕੀਤੀ ਸੀ ਉਮੀਦ। हाँ उसी में लिखा है ना कि भाई असि माइक असि अपनी मर्जी ना बोलांगे। अगर अपनी मर्जी ना बोले फिर तो अपने 4 बंदे को बुला लांगे, दूजा बोल ही नहीं सकता तो मीटिंग किस तरह। आज उनमें अपन मीटिंग कर रहे हैं, तुझे कोई भी बंदा माइक खोल के बोल सकता है, कोई ऑब्जेक्शन थोड़ा है। हाँ जेड़ा मैंने लगेगा कि डिस्टर्बेंस आ रही है, अलग आवाज आ रही है, वी कैन कंट्रोल दैट। लेकिन किसी ने माइक ओपन करन तो मना करदा, ਉਹਨੇ ਲਿਖਿਆ ਹੋਇਆ ਹੈ ਤੁਸੀਂ ਪੜੋ ਤੇ ਲਿਖਿਆ ਤੁਸੀਂ ਮਾਈਕ ਆਪਣਾ ਨਹੀਂ ਚਲਾ ਸਕਦੇ, ਕੈਮਰਾ ਅਸੀਂ ਔਨ ਰੱਖੋਗੇ, ਮਾਈਕ ਤੁਹਾਡਾ ਅਸੀਂ ਕੰਟਰੋਲ ਕਰਾਂਗੇ। ਉੱਤੇ ਲੱਗਿਆ ਕਿ ਗੜਬੜ ਹੈ, ਇਸ ਮੀਟਿੰਗ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਦੇ ਦਾ ਡਿਸੀਜਨ ਹੋਏਗਾ ਜਿਹੜੇ ਉਹਨਾਂ ਦੇ ਹੱਕ 'ਚ 4 ਬੰਦੇ ਬੋਲਣਗੇ ਉਹਨਾਂ ਨੂੰ ਬੁਲਾ ਕੇ ਹੋ ਗਿਆ ਜੀ ਹੋ ਗਿਆ, ਫਿਜ਼ੀਕਲੀ ਦਾ ਕੋਈ ਹੈ ਨਹੀਂ। ਬਾਕੀ ਆਈ ਡੋਨਟ ਨੋ ਵਾਟ ਇਜ਼ देयर ਪਲਾਨਿੰਗ, ਇਸ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਇਟ ਇਜ਼ ਅਪ ਟੂ ਦ ਟੀਮ। ਹਾਂ ਇਟ ਇਜ਼ ਡੈਫੀਨਿਟ ਦੇ ਆਰ ਵਰਕਿੰਗ ਅਗੇਂਸਟ ਦ ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਸਾਰੇ ਪ੍ਰੋਵੀਜ਼ਨ ਹਨ, ਉਹਨਾਂ ਨੂੰ ਮੈਂ 7 ਪੁਆਇੰਟ ਲਿਖ ਕੇ ਭੇਜੇ ਸੀ ਕਿ ਇਹ 7 ਪੁਆਇੰਟ ਆ ਜਿਨ੍ਹਾਂ ਤੇ ਤੁਸੀਂ ਕਨਸਟੀਟਿਊਸ਼ਨ ਫਾਲੋ ਨਹੀਂ ਕਰ ਰਹੇ। ਕਨਸਟੀਟਿਊਸ਼ਨ ਲਿਖਿਆ ਹੋਇਆ ਕਿ ਇਨ ਕੇਸ ਆਫ ਐਮਰਜੈਂਸੀ ਕੋਰਸਪੋਂਡੈਂਸ ਤੇ ਵੀ ਮੀਟਿੰਗ ਹੋ ਸਕਦੀ ਹੈ। ਉਹ ਮੀਟਿੰਗ ਨਹੀਂ ਉਹਨਾਂ ਨੇ ਕੀਤੀ, ਮੀਟਿੰਗ ਉਹਨਾਂ ਨੂੰ ਕਰਨੀ ਚਾਹੀਦੀ ਸੀ। ਕਨਸਟੀਟਿਊਸ਼ਨ ਇਹ ਵੀ ਲਿਖਿਆ ਹੈ ਕਿ ਜੂਨ ਜੁਲਾਈ 'ਚ ਇੱਕ ਮੀਟਿੰਗ ਮਸਟ ਹੈ, ਉਹ ਹੀ ਨਹੀਂ ਫਾਲੋ ਕੀਤਾ ਉਹਨਾਂ ਨੇ। ਕਨਸਟੀਟਿਊਸ਼ਨ ਇਹ ਵੀ ਲਿਖਿਆ ਹੈ ਕਿ ਵੀ ਸਤੰਬਰ 'ਚ ਕਿਉਂਕਿ ਆਪਣਾ ਈਅਰ ਐਂਡ ਹੁੰਦਾ ਹੈ, ਉਸ ਤੋਂ 10 ਹਫ਼ਤੇ ਪਹਿਲੇ ਇਲੈਕਸ਼ਨ ਨੋਟਿਸ ਭੇਜਣਾ ਜ਼ਰੂਰੀ ਹੈ, ਉਹ ਵੀ ਨਹੀਂ ਭੇਜਿਆ ਉਹਨਾਂ ਨੇ। ਕਨਸਟੀਟਿਊਸ਼ਨ ਇਹ ਵੀ ਲਿਖਿਆ ਕਿ 30 ਜੂਨ ਤੱਕ ਜਿਹਨਾਂ ਦੇ ਪੈਸੇ ਜਾਂ ਲਿਸਟ ਆ ਗਈ ਉਹ ਐਲੀਜੀਬਲ ਹੈ, ਬਾਕੀ ਐਲੀਜੀਬਲ ਨਹੀਂ, ਉਹਨਾਂ ਨੇ ਐਲੀਜੀਬਿਲਟੀ ਲਿਸਟ ਨਹੀਂ ਭੇਜੀ। ਇਸ ਤਰ੍ਹਾਂ 7 ਪੁਆਇੰਟ ਹੈ, ਬਟ ਇਟ ਇਜ਼ ਅ ਡਿਫਰੈਂਟ ਥਿੰਗ ਵਟ ਦੇ ਆਰ ਡੂਇੰਗ। ਅਸੀਂ ਉਹ ਸਿਰਫ ਡਿਸਕਸ ਹੀ ਕਰ ਸਕਦੇ ਵਟ ਦੇ ਆਰ ਡੂਇੰਗ। ਬਾਕੀ ਜਿਸ ਲਈ ਆਏਗੀ everybody will come to know, then we will discuss. Anybody else? ਹੋਰ ਕੋਈ ਸਰ ਝੰਡਾ ਨਹੀਂ ਲਹਿਰਾਇਆ ਕੀ ਗੱਲ ਹੋ ਚੁੱਕਾ ਸਰ, ਤੁਸੀਂ ਲੇਟ ਆਏ ਹੋ। 11 ਵਜੇ ਟਾਈਮ ਸੀ ਸਰ, 11 ਵਜੇ ਸਾਡਾ ਟਾਈਮ ਘੜੀ ਨਾਲ ਬਿਲਕੁਲ ਚੱਲਦਾ ਹੈ। 11 ਵਜੇ ਐਗਜ਼ੈਕਟ ਸ਼ੁਰੂ ਹੋ ਗਿਆ ਸੀ ਔਰ ਸਾਡਾ ਜੋ ਮਿੰਟ ਤੁਹਾਨੂੰ ਪਿੱਛੇ ਹੁੰਦਾ ਹੈ। ਓਕੇ ਸਰ, ਐਨੀ ਕੋਈ ਹੋਰ ਤੋਂ ਗੱਲ ਕਰਨਾ ਚਾਹੇਗਾ? ਓਕੇ ਦੈਨ ਥੈਂਕ ਯੂ ਵੈਰੀ ਮਚ ਔਰ ਸਾਰਿਆਂ ਨੂੰ ਵਧਾਈ ਇੰਡੀਪੈਂਡੈਂਸ ਡੇ ਦੀ, 74th ਇੰਡੀਪੈਂਡੈਂਸ ਡੇ ਦੀ ਵਧਾਈ ਸਭ ਨੂੰ। ਔਰ ਆਉਣ ਵਾਲੇ ਟਾਈਮ 'ਚ ਮੈਂ ਕਹਿੰਦਾ ਤੁਹਾਡਾ ਕੰਮ ਹੋਰ ਵਧੇ ਔਰ ਅੱਛਾ ਰਹੇ। ਇਨ ਕੇਸ ਆਫ ਐਨੀ ਪ੍ਰੋਬਲਮ ਔਰ ਡਿਫਿਕਲਟੀਜ਼, ਅਗਰ ਕੋਈ ਨਵੀਂ ਸੁਜੈਸ਼ਨ ਹੈ ਪਲੀਜ਼ ਲੈਟ ਅਸ ਨੋ ਦੋ, ਕਿਉਂਕਿ ਤੁਹਾਡੀ ਸੁਜੈਸ਼ਨ ਤੇ ਅੱਗੇ ਕੰਮ ਚੱਲਣਾ ਹੈ, ਅਦਰਵਾਈਜ਼ ਵੀ ਕਾਂਟ ਮੂਵ ਹੈ। ਸੋ ਥੈਂਕ ਯੂ ਵੈਰੀ ਮਚ, ਥੈਂਕ ਯੂ। ਓਕੇ ਸਰ।